ਪੰਕਜ ਸਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ 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 ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਮੋਹ ਕੁਚ ਰਹਿ ਸ਼ਾਸਤਰ ਖਟ ਪਿੰਘ ਗਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰ ਪ੍ਰਸਾਦ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ
ਪ੍ਰਥਮ ਰਾਸ ਲਖੀਅਤੇ ਇਸ਼ਟ ਦੇਵ ਅਕਾਲ ਪੁਰਖ ਜੀ ਦਾ ਮੰਗਲ ਦੋਹਰਾ ਤੀਨੋਂ ਕਾਲ ਸੋ ਅਚਲ ਰਹਿ ਅਲੰਬ ਸਕਲ ਜਗ ਜਾਲ ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਆਪ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਜਨਮ ਸਾਖੀ ਦੀ ਕਥਾ ਕੱਲ ਦੀ ਕਥਾ ਵਿੱਚ ਸੰਪੂਰਨ ਹੋਈ ਹੈ। ਆਪ ਸਮੂਹ ਮਾਈ ਭਾਈ ਦਾ ਧੰਨਵਾਦ ਕਿ ਆਪ ਜੀ ਨੇ ਪ੍ਰੇਮ ਸਹਿਤ ਹਾਜ਼ਰੀਆਂ ਭਰੀਆਂ ਹਨ। ਅੱਜ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਹਦੇ ਵਿੱਚ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਤੋਂ ਆਰੰਭਤਾ ਹੋ ਕੇ ਦਸਮੇਸ਼ ਪਿਤਾ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ 9 ਪਾਤਸ਼ਾਹੀਆਂ ਦੀ ਕਥਾ ਦਾ ਵਰਣਨ ਹੈ। ਮਹਾਕਵੀ ਜੀ ਨੇ ਕੈਂਥਲ ਦੀ ਧਰਤੀ ਤੇ ਰਹਿ ਕੇ ਇਸ ਕਥਾ ਨੂੰ ਬੜੇ ਪਿਆਰ ਸਤਿਕਾਰ ਸਹਿਤ ਲਿਖਿਆ ਹੈ ਔਰ ਗੁਰੂ ਸਾਹਿਬ ਜੀ ਨੂੰ ਪਰਮੇਸ਼ਵਰ ਰੂਪ ਜਾਣ ਕੇ ਉਹਨਾਂ ਦੀ ਕਥਾ ਲਿਖੀ ਹੈ। ਸਿੱਖ ਦੀ ਭਾਵਨਾ ਹੈ ਕਿ ਗੁਰੂ ਤੇ ਪਰਮੇਸ਼ਰ 'ਚ ਕੋਈ ਭੇਦ ਨਹੀਂ ਔਰ ਕੱਲੀ ਭਾਵਨਾ ਨਹੀਂ ਹੈ, ਇਹ ਵਾਸਤਵਿਕਤਾ ਵੀ ਹੈ, ਇਹ ਸੱਚਾਈ ਵੀ ਹੈ ਕਿ ਗੁਰੂ ਤੇ ਪਰਮੇਸ਼ਰ ਦੋਨੋਂ ਹੀ ਇੱਕ ਰੂਪ ਹਨ। ਇਸ ਕਰਕੇ ਮਹਾਕਵੀ ਜੀ ਨੇ ਜਦੋਂ ਕਥਾ ਲਿਖੀ ਹੈ ਗੁਰੂ ਪਾਤਸ਼ਾਹ ਦੀ, ਪਰਮੇਸ਼ਵਰ ਰੂਪ ਜਾਣ ਕੇ ਕਥਾ ਲਿਖੀ ਹੈ। ਕੋਈ ਸ਼ਰਧਾ ਭਾਵਨਾ ਆਸਥਾ ਸਹਿਤ ਇਸ ਕਥਾ ਨੂੰ ਪੜ੍ਹਦਾ ਹੈ ਜਾਂ ਕੋਈ ਪਿਆਰ ਸਹਿਤ ਇਸ ਕਥਾ ਨੂੰ ਸਰਵਣ ਕਰਦਾ, ਉਹਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੀ ਪਾਵਨ ਕਥਾ ਪ੍ਰਾਰੰਭ ਹੋ ਰਹੀ ਹੈ ਔਰ ਇਹ ਮਰਿਆਦਾ ਹੈ ਕਿ ਜਦੋਂ ਕਿਸੇ ਗ੍ਰੰਥ ਦੀ ਆਰੰਭਤਾ ਹੁੰਦੀ ਹੈ ਉਹਦੇ ਪ੍ਰਾਰੰਭ ਵਿੱਚ ਮੰਗਲਾਚਰਨ ਕੀਤਾ ਜਾਂਦਾ ਹੈ। ਤੋ ਮਹਾਕਵੀ ਕਵੀ ਰਾਜ ਜੀ ਪਹਿਲਾਂ ਮੰਗਲਾਚਰਨ ਕਰ ਰਹੇ ਨੇ ਅਕਾਲ ਪੁਰਖ ਜੀ ਦਾ, ਫਿਰ 10 ਪਾਤਸ਼ਾਹੀਆਂ ਦਾ ਮੰਗਲ ਕੀਤਾ ਹੈ, ਫਿਰ ਖਾਲਸੇ ਪੰਥ ਦਾ ਮੰਗਲ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ ਇਹ ਸੰਪੂਰਨ ਕਥਾ ਆਪ ਆਪਣੀ ਦਇਆ ਮਾਇਆ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਕਰਵਾ ਲੈਣੀ ਔਰ ਬਲ ਬਖਸ਼ਿਸ਼ ਕਰਨਾ ਸੁਣਨ ਵਾਲਿਆਂ ਨੂੰ ਵੀ ਔਰ ਕਥਨ ਕਰਨ ਵਾਲਿਆਂ ਨੂੰ। ਮਹਾਰਾਜ ਜੈਸੀ ਬੁੱਧੀ ਆਪ ਜੀ ਕਿਰਪਾ ਕਰਕੇ ਬਖਸ਼ੋਗੇ, ਆਪ ਜੀ ਦੀ ਦਿੱਤੀ ਹੋਈ ਮੱਤ ਅਨੁਸਾਰ ਹੀ ਇਹ ਕਥਾ ਵਰਣਨ ਹੋ ਸਕਣੀ ਹੈ। ਅੰਤ ਨਹੀਂ ਹੈ ਆਪ ਜੀ ਦੇ ਗੁਣਾਂ ਦਾ। ਆਪ ਬੇਅੰਤ ਗੁਣਾਂ ਦੇ ਅਥਾਹ ਸੁਆਮੀ ਮਾਲਕ ਹੋ। ਮਹਾਰਾਜ ਸਾਡੇ ਸਾਰਿਆਂ ਤੇ ਦਇਆ ਦ੍ਰਿਸ਼ਟੀ ਕਰਿਓ, ਆਪਣੀ ਕਥਾ ਦਾ ਗੋਝ ਭੇਦ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਪ੍ਰਗਟ ਕਰਿਓ। ਸਾਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇ। ਇਹ ਲੋਕ ਸੁਖੀਆ ਪਰਲੋਕ ਸੁਹੇਲੇ ਦੀਆਂ ਦਾਤਾਂ ਆਪ ਜੀ ਦੇ ਚਰਨਾਂ 'ਚੋਂ ਪ੍ਰਾਪਤ ਹੋਵਣ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਗੁਰ ਸ਼ਬਦ ਦਾ ਆਸਰਾ ਲਈਏ। ਗੱਜ ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਅਦੁੱਤੀ ਹੈ, ਉਹ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਅਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖੀ ਅਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਥਮ ਰਾਸ ਪਹਿਲੀ ਰਾਸ ਵਰਣਨ ਹੋਣ ਲੱਗੀ ਹੈ। ਖਾਲਸਾ ਜੀ, ਆਮ ਲਫ਼ਜ਼ਾਂ ਵਿੱਚ ਆਪਾਂ ਇਸ ਗ੍ਰੰਥ ਨੂੰ ਸੂਰਜ ਪ੍ਰਕਾਸ਼ ਕਹਿੰਦੇ ਹਾਂ, ਕਿਉਂਕਿ ਸੂਰਜ ਦੇ ਮੁਤਾਬਕ ਜਿਹੜੀਆਂ ਰਾਸਾਂ ਹੁੰਦੀਆਂ ਨੇ, ਰੁੱਤਾਂ ਹੁੰਦੀਆਂ ਨੇ, ਐਨ ਹੁੰਦੇ ਨੇ। ਮਾਂ ਕਵੀ ਜੀ ਨੇ ਉਸੇ ਤਰ੍ਹਾਂ ਇਸ ਕਥਾ ਨੂੰ ਉਸੇ ਹਿੱਸਿਆਂ 'ਚ ਵੰਡਿਆ। ਜਿਵੇਂ ਸਾਲ ਵਿੱਚ ਸੂਰਜ 12 ਰਾਸਾਂ ਵਿੱਚ ਵਰਤਦਾ ਨਾ, ਇੱਕ ਰਾਸ 'ਚੋਂ ਜਦੋਂ ਦੂਸਰੀ ਰਾਸ ਵਿੱਚ ਜਾਂਦਾ ਹੈ ਤਾਂ ਇੱਕ ਮਹੀਨੇ ਬਾਅਦ ਉਸ ਦਿਨ ਸੰਕਰਾਂਤ ਦਾ ਦਿਨ ਹੁੰਦਾ। ਸੰਕਰਾਂਤ ਵਾਲੇ ਦਿਨ ਸੂਰਜ ਆਪਣੀ ਰਾਸ ਤਬਦੀਲ ਕਰਦਾ। ਸਾਲ ਵਿੱਚ 12 ਰਾਸਾਂ ਵਿੱਚ ਉਹ ਨਿਕਲਦਾ ਹੈ, ਉਹਨੂੰ 12 ਰਾਸਾਂ ਵਿੱਚ ਵੰਡਿਆ। ਫਿਰ ਸਾਲ ਵਿੱਚ 6 ਰੁੱਤਾਂ ਹੁੰਦੀਆਂ ਹਨ। ਇਸੇ ਤਰ੍ਹਾਂ 2 ਐਨ ਹੁੰਦੇ ਨੇ 6-6 ਮਹੀਨਿਆਂ ਦੇ। ਇੱਕ ਦਖਨਾਇਣ ਪੱਖ ਹੈ, ਇੱਕ ਉਤਰਾਇਣ ਪੱਖ ਹੈ। ਮਹਾਕਵੀ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਨੂੰ 12 ਰਾਸਾਂ ਵਿੱਚ ਵੰਡਿਆ। 12 ਰਾਸਾਂ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਕਥਾ ਕਹੀ ਹੈ। ਫਿਰ 6 ਰੁੱਤਾਂ ਤੇ 2 ਐਨਾਂ ਵਿੱਚ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਕਿਹਾ। ਏਦਾਂ ਇਸ ਗ੍ਰੰਥ ਦੀ ਵੰਡ ਕੀਤੀ ਹੈ। ਪਹਿਲੀ ਰਾਸ ਜਿਹੜੀ ਹੈ ਪ੍ਰਥਮ ਰਾਸ, ਉਹ ਇੱਥੇ ਲਿਖਣ ਲੱਗੇ ਨੇ ਮਹਾਕਵੀ ਜੀ। ਇਸ਼ਟ ਦੇਵ ਅਕਾਲ ਪੁਰਖ ਜੀ ਦਾ ਮੰਗਲ ਦੋਹਰਾ, ਤੀਨੋਂ ਕਾਲ ਸੋ ਅਚਲ ਰਹਿ, ਅਲੰਬ ਸਤਲ ਜਗ ਜਾਲ। ਦੁਨੀਆ ਵਿੱਚ ਜਿਤਨੀਆਂ ਵੀ ਵਸਤੂਆਂ ਨੇ ਸਭ ਚਲਾਏਮਾਨ ਨੇ, ਕੋਈ ਵਸਤੂ ਥਿਰ ਨਹੀਂ। ਚਾਹੇ ਧਰਤੀ ਅੰਡ ਬਿਨਾਸੀ, ਜੇਰ ਬਿਨਾਸੀ, ਓਤ ਭੋਜ ਸੇਤ ਬਿਨਾਦਾ। 4 ਖਾਣੀਆਂ ਨੇ ਨਾ, ਅੰਡਜ ਜੇਰਗ ਸੇਤਜ ਓਤ ਭੋਜ। ਮਹਾਰਾਜ ਜੀ ਕਹਿੰਦੇ 4 ਹੀ ਬਿਨਸਣੀਆਂ ਨੇ। ਜੇ 4 ਖਾਣੀਆਂ ਬਿਨਸ ਜਾਣੀਆਂ ਤੇ ਫਿਰ 4 ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵ ਤਾਂ ਬਿਨਸਣਗੇ ਹੀ। ਸਭ ਚਲਾਏਮਾਨ ਹੈ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਕੁਝ ਵੀ ਥਿਰ ਨਹੀਂ। ਇੱਕ ਅਕਾਲ ਪੁਰਖ ਹੈ ਜਿਹੜਾ 3 ਕਾਲਾਂ ਵਿੱਚ ਅਚਲ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ। ਤੀਨੋਂ ਕਾਲ ਸੋ ਅਚਲ ਰਹਿ, ਜਿਹੜਾ 3 ਕਾਲਾਂ ਵਿੱਚ ਅਚਲ ਸदैवी ਰਹਿਣ ਵਾਲਾ ਹੈ। ਅਲੰਬ ਸਕਲ ਜਗ ਜਾਲ, ਜਿਹੜਾ ਸਾਰੇ ਜਗਤ ਦਾ ਅਲੰਬ ਹੈ, ਆਸਰਾ। ਯਾਨੀ ਕਿ ਅਕਾਲ ਪੁਰਖ ਦੇ ਆਸਰੇ ਤੇ ਸਾਰਾ ਜਗਤ ਟਿਕਿਆ ਹੋਇਆ। ਸਰੀਰ ਵਿੱਚ ਪ੍ਰਮਾਤਮਾ ਦੀ ਚੇਤਨਾ ਹੋਵੇ ਤੇ ਸਰੀਰ ਟਿਕਿਆ। ਇਸੇ ਤਰ੍ਹਾਂ ਇਹ ਜਿਤਨਾ ਵੀ ਸੰਸਾਰ ਦਾ ਜਾਲ ਨਜ਼ਰ ਆਉਂਦਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਤੇ ਟਿਕਿਆ ਹੋਇਆ ਹੈ। ਜਾਲ ਕਾਲ ਲਖ ਮੁਚਿਤ ਜਿਸ, ਕਰਤਾ ਪੁਰਖ ਅਕਾਲ। ਜਿਹੜੇ ਉਸ ਕਰਤਾ ਪੁਰਖ ਨੂੰ, ਅਕਾਲ ਪੁਰਖ ਨੂੰ ਜਾਣ ਲੈਂਦੇ ਨੇ, ਉਹਨਾਂ ਦੇ ਜਗਤ ਦੇ ਜਿਤਨੇ ਜਾਲ ਨੇ, ਫਾਹੀਆਂ ਨੇ, ਉਹਨਾਂ ਫਾਹੀਆਂ ਤੋਂ ਮੁਚਿਤ ਕਹਿੰਦੇ ਨੇ ਛੁੱਟ ਜਾਣ ਨੂੰ, ਮੁਕਤ ਹੋ ਜਾਣ ਨੂੰ। ਉਹ ਜਾਲ ਕਾਲ ਦੀਆਂ ਫਾਹੀਆਂ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਕਰਤਾ ਪੁਰਖ ਕਰਕੇ ਜਾਣਦੇ ਹਨ। ਦੋਹਰਾ, ਛੋਨੀ ਸੂਰਜ ਅਗਨ ਜਮ, ਵਾਯੂ ਤਰਾਸ ਜਿਸ ਪਾਏ। ਛੋਨੀ ਕਹਿੰਦੇ ਨੇ ਧਰਤੀ ਨੂੰ, ਆ ਧਰਤੀ ਛੋਨੀ ਹੈ। ਫਿਰ ਹੈ ਸੂਰਜ, ਅਗਨੀ, ਜਮ, ਵਾਯੂ, ਇਹ ਸਾਰੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਨੇ। ਆਸਾ ਜੀ ਦੀ ਵਾਰ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ।
ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਇਹ ਜਿੰਨਾ ਵੀ ਵਰਤਾਰਾ ਹੈ ਅਕਾਲ ਪੁਰਖ ਦੇ ਭੈ ਵਿੱਚ ਹੈ, ਜਿਸ ਦੇ ਭੈ ਵਿੱਚ ਸਭ ਕੁਝ ਚੱਲ ਰਿਹਾ ਹੈ। ਨਿਜ ਸੁਭਾਵ ਮੈਂ ਥਿਤ ਰਹਿਤ, ਅਸ ਬ੍ਰਹਮ ਰਿਦ ਬਿਦ ਤਾਏ। ਜਿਸ ਪਰਮੇਸ਼ਰ ਦੇ ਭੈ ਕਰਕੇ ਇਹ ਸਾਰੇ ਆਪਣੇ ਸੁਭਾਵ ਦੇ ਵਿੱਚ ਰਹਿੰਦੇ ਨੇ, ਮਰਿਆਦਾ 'ਚ ਰਹਿੰਦੇ ਨੇ। ਸੂਰਜ ਆਪਣੀ ਮਰਿਆਦਾ 'ਚ ਰਹਿੰਦਾ, ਧਰਤੀ ਆਪਣੀ ਮਰਿਆਦਾ 'ਚ ਰਹਿ ਰਹੀ ਹੈ, ਅੱਗ ਆਪਣੀ ਮਰਿਆਦਾ ਵਿੱਚ, ਵਾਯੂ ਜੇ ਮਰਿਆਦਾ ਵਿੱਚ ਨਾ ਰਹਿਣ ਤੇ ਕੀ ਨਹੀਂ ਕਰ ਸਕਦੇ। ਹਵਾ ਆਪਣੀ ਮਰਿਆਦਾ ਭੁੱਲ ਜੇ ਸਾਰੀ ਧਰਤੀ ਉਡਾ ਸਕਦੀ ਹੈ। ਸੂਰਜ ਆਪਣੀ ਮਰਿਆਦਾ ਭੁੱਲ ਜੇ ਸਭ ਨੂੰ ਸਾੜ ਕੇ ਸਵਾਹ ਕਰ ਸਕਦਾ ਹੈ। ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਸਾਰੇ ਆਪਣੀ ਮਰਿਆਦਾ 'ਚ ਰਹਿੰਦੇ ਨੇ, ਆਪਣੇ ਸੁਭਾਅ 'ਚ ਸਥਿਤ ਰਹਿੰਦੇ ਨੇ। ਤੇ ਜਿਸ ਦੇ ਭੈ ਵਿੱਚ ਸਭ ਕੁਝ ਟਿਕਿਆ ਹੋਇਆ ਹੈ, ਕਹਿੰਦੇ ਐਸਾ ਬ੍ਰਹਮ, ਐਸਾ ਅਕਾਲ ਪੁਰਖ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਵੇ, ਇਹ ਮੇਰੀ ਬੇਨਤੀ ਹੈ। ਆਸ ਬ੍ਰਹਮ ਰਿਦ ਬਿਦ ਤਾਏ, ਐਸਾ ਜੋ ਬ੍ਰਹਮ ਹੈ ਉਹ ਮੇਰੇ ਹਿਰਦੇ ਵਿੱਚ ਸਾਖਸ਼ਾਤਕਾਰ ਹੋ ਜਾਵੇ। ਦੋਹਰਾ ਮਰਮ ਨ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ। ਕਹਿੰਦੇ ਜਿਸ ਬ੍ਰਹਮ ਦਾ ਮਰਮ ਨਹੀਂ ਜਾਣਿਆ ਜਾਂਦਾ, ਭੇਦ ਨਹੀਂ ਜਾਣਿਆ ਜਾਂਦਾ। ਬ੍ਰਹਮ ਦਾ ਭੇਦ ਕਿਵੇਂ ਕੋਈ ਜਾਣ ਸਕਦਾ? ਜਿਹੜਾ ਭੇਦ ਜਾਣਨ ਜਾਂਦਾ ਉਹ ਬ੍ਰਹਮ ਰੂਪ ਹੀ ਹੋ ਜਾਂਦਾ, ਮੁੜ ਕੇ ਆਉਂਦਾ ਹੀ ਨਹੀਂ ਕੋਈ ਆ ਕੇ ਦੱਸੇ ਵੀ ਮਰਮ ਕੀ ਹੈ। ਇਸੇ ਤਰ੍ਹਾਂ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦਾ ਮਰਮ ਨਹੀਂ ਜਾਣਿਆ ਜਾਂਦਾ। ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ। ਜਿਹਦੇ ਅੰਦਰੋਂ ਭਰਮ ਮਿਟ ਜਾਂਦਾ ਹੈ ਉਹ ਫਿਰ ਉਸ ਬ੍ਰਹਮ ਵਿੱਚ ਹੀ ਜਾ ਕੇ ਮਿਲ ਕੇ ਅਭੇਦ ਹੋ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਰਮ ਦਾ ਪਰਦਾ ਹੀ ਹੈ ਜਿਹੜਾ ਉਸ ਬ੍ਰਹਮ ਦੇ ਵਿੱਚ ਸਾਨੂੰ ਅਭੇਦ ਨਹੀਂ ਹੋਣ ਦਿੰਦਾ। ਸਤਿਗੁਰੂ ਜੀ ਕਹਿੰਦੇ ਭਰਮ ਕਿਹੋ ਜਿਹਾ ਹੈ, ਜਿਵੇਂ ਭੰਬੀਰੀ ਹੁੰਦੀ ਤੇ ਉਹਦਾ ਪਤਲਾ ਜਿਹਾ ਖੰਭ ਹੁੰਦਾ ਨਾ, ਬਰੀਕ ਜਿਹਾ। ਕਹਿੰਦੇ ਇਸ ਤਰ੍ਹਾਂ ਇਹ ਭਰਮ ਦਾ ਪਰਦਾ ਬੜਾ ਹੀ ਸੂਖਸ਼ਮ ਹੈ। ਜਦੋਂ ਤੱਕ ਉਹ ਪੜਦਾ ਉਦੋਂ ਤੱਕ ਬ੍ਰਹਮ ਦਾ ਸਾਖਸ਼ਾਤਕਾਰ ਨਹੀਂ ਹੁੰਦਾ। ਜਦੋਂ ਉਸ ਭਰਮ ਦੀ ਨਿਰਵਿਰਤੀ ਹੋ ਜਾਏ ਤੇ ਭਰਮ ਦੂਰ ਹੁੰਦਾ ਗੁਰੂ ਕਿਰਪਾ ਨਾਲ। ਗੁਰੂ ਦੀ ਦਇਆ ਬਿਨਾ ਭਰਮ ਨਹੀਂ ਜਾਂਦਾ। ਜਦੋਂ ਭਰਮ ਮਿਟ ਜਾਂਦਾ ਹੈ ਫਿਰ ਉਸੇ ਬ੍ਰਹਮ ਵਿੱਚ ਜਾ ਕੇ ਮਿਲ ਜਾਂਦਾ, ਅਭੇਦ ਹੋ ਜਾਂਦਾ ਹੈ। ਕਰਮ ਧਰਮ ਯਾਰ ਭਗਤ ਫਲ, ਅਸ ਅਭੇਦ ਕੋ ਪਾਏ। ਕਹਿੰਦੇ ਅਸੀਂ ਜਿੰਨੇ ਕਰਮ ਕਰਦੇ ਆਂ, ਜਿੰਨੇ ਧਰਮ ਕਰਦੇ ਆਂ, ਜਿੰਨੀ ਭਗਤੀ ਕਰਦੇ ਆਂ, ਇਹਨਾਂ ਸਾਰਿਆਂ ਦਾ ਫਲ ਕੀ ਹੈ? ਇਹਨਾਂ ਸਾਰਿਆਂ ਦਾ ਫਲ ਇਹ ਹੈ ਕਿ ਪ੍ਰਮਾਤਮਾ ਵਿੱਚ ਅਭੇਦ ਹੋ ਜਾਣਾ। ਇਸੇ ਲਈ ਕਰ ਰਹੇ ਆ ਨਾ, ਸੁਬਹ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰੂ ਘਰ ਆਉਂਦੇ ਆ, ਸੰਗਤ ਕਰਦੇ ਆ, ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਸੇਵਾ ਕਰਦੇ ਆ। ਇਹ ਸਭ ਕੁਝ ਕਿਉਂ ਕਰ ਰਹੇ ਆ? ਵੈਸੇ ਤਾਂ ਖਾਲਸਾ ਜੀ ਅਸੀਂ ਇਹ ਸਭ ਕੁਝ ਕਰਦੇ ਆ ਕਾਮਨਾਵਾਂ ਦੀ ਪੂਰਤੀ ਲਈ। ਆ ਵੀ ਮਿਲ ਜੇ, ਆ ਵੀ ਮਿਲ ਜੇ, ਸਾਡਾ ਕੰਮ ਸਬਰ ਜੇ, ਆ ਸਬਰ ਜੇ। ਵੈਸੇ ਤਾਂ ਇਹੀ ਕੁਝ ਹੁੰਦਾ ਹੈ, ਪਰ ਅਸਲ ਮਨੋਰਥ ਕੀ ਹੈ ਇਹਨਾਂ ਪਿੱਛੇ? ਦੇ ਪਿੱਛੇ ਅਸਲ ਮਨੋਰਥ ਹੈ ਬ੍ਰਹਮ ਚ ਭੇਦ ਹੋਣਾ। ਆਪਾਂ ਸਾਰੇ ਗੁਰੂ ਚਰਨਾਂ 'ਚ ਬੈਠੇ ਆ, ਮਾਫ ਕਰਨਾ ਕਦੇ ਆਪਣੇ ਅੰਦਰ ਵਿਸ਼ਲੇਸ਼ਣ ਕਰਕੇ ਵੇਖੀਏ ਕਿ ਅਸੀਂ ਇਹ ਜਿੰਨੇ ਕੰਮ ਕਰਦੇ ਆ, ਚਾਹੇ ਬਾਣੀ ਪੜ੍ਹਦੇ ਆ, ਭਜਨ ਕਰਦੇ ਆ, ਸੰਗਤ ਕਰਦੇ ਆ, ਸਾਡੇ ਅੰਦਰ ਕਿੰਨਿਆਂ ਕੁ ਦੇ ਅੰਦਰ ਇਹ ਜਗਿਆਸਾ ਹੋਵੇਗੀ ਕਿ ਅਸੀਂ ਬ੍ਰਹਮਾਕਾਰ ਬਿਰਤੀ 'ਚ ਭੇਦ ਹੋਣਾ? ਆਪਣੇ ਅੰਦਰ ਇਹ ਵਿਸ਼ਲੇਸ਼ਣ ਕਰ ਲੈਣਾ। ਤੇ ਜੇ ਆਪਾਂ 1000 ਜਣੇ ਵੀ ਬੈਠੇ ਹੋਈਏ ਤੇ ਸ਼ਾਇਦ ਮੁਸ਼ਕਲ ਨਾਲ ਉਂਗਲੀਆਂ ਦੇ ਉੱਤੇ ਗਿਣਤੀ ਸਮਾਪਤ ਹੋ ਜਾਏਗੀ ਜਿੰਨਿਆਂ ਕੁ ਦੇ ਅੰਦਰ ਇਹ ਬ੍ਰਹਮਾਕਾਰ ਬਿਰਤੀ ਪ੍ਰਾਪਤ ਕਰਨ ਦੀ ਇੱਛਾ ਹੋਵੇਗੀ। ਨਹੀਂ ਤਾਂ ਬਹੁਤਿਆਂ ਦੇ ਅੰਦਰ ਇਹੀ ਕਾਂਖ ਹੈ ਮੇਰੀ ਦੁਕਾਨ ਚੰਗੀ ਚੱਲੇ, ਮੇਰੀ ਖੇਤੀ ਵਧੀਆ ਹੋਵੇ, ਮੇਰੀ ਨੌਕਰੀ ਚੰਗੀ ਬਣੀ ਰਹੇ। ਇਹ ਕਾਮਨਾਵਾਂ ਹੀ ਹੁੰਦੀਆਂ। ਚਲੋ ਇਹ ਵੀ ਗੁਰੂ ਸਾਹਿਬ ਤੋਂ ਹੀ ਕਰਨੀਆਂ ਨੇ, ਪਰ ਕਾਮਨਾ ਰਹਿਤ ਹੋ ਕੇ ਜਦੋਂ ਨਿਸ਼ਕਾਮ ਸੇਵਾ ਕਰਦੇ ਆ ਉਦੋਂ ਬ੍ਰਹਮ ਦੇ ਵਿੱਚ ਭੇਦਤਾ ਹੁੰਦੀ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਕਰਮ ਧਰਮ ਤੇ ਜਿੰਨੀ ਭਗਤੀ ਹੈ ਇਹਦਾ ਫਲ ਇਹ ਹੈ ਕਿ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋਣਾ, ਉਹਦੇ ਵਿੱਚ ਇੱਕਮਿਕ ਹੋਣਾ ਹੈ। ਦੋਹਰਾ ਭਾਨ ਹੋਤ ਜਗ ਜਾਸ ਤੇ,
ਰੱਜੂ ਪੁਚੰਗ ਸਮਾਨ। ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਨਾ ਹਨੇਰੇ 'ਚ, ਪਰ ਜਦੋਂ ਕਿਤੇ ਸੂਰਜ ਚੜ੍ਹ ਜਾਏ, ਚਾਨਣਾ ਹੋ ਜਾਏ, ਫਿਰ ਉਸ ਰੱਸੀ ਵਿੱਚੋਂ ਸੱਪ ਖਤਮ ਹੋ ਜਾਂਦਾ। ਸਾਡੇ ਭਰਮ ਕਰਕੇ ਦਿਸ ਰਿਹਾ ਸੀ, ਜਦੋਂ ਹਨੇਰਾ ਦੂਰ ਹੋਇਆ, ਚਾਨਣਾ ਹੋਇਆ, ਤੇ ਉਸ ਸੱਪ ਦੇ ਵਿੱਚ ਰੱਸੀ ਨਜ਼ਰ ਆਉਣ ਲੱਗ ਪੈਂਦੀ। ਫਿਰ ਉਹ ਰੱਸੀ ਦਾ ਯਥਾਰਥ ਸਰੂਪ ਜਿਹੜਾ ਉਹ ਦਿਸਣ ਲੱਗ ਪੈਂਦਾ ਹੈ। ਮਾਨ ਹਾਨ ਕਰ ਜਾਣਤੇ ਤਮ ਅਨਾਦ ਕੋ ਪਾਨ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਆਤਮ ਗਿਆਨ ਦਾ ਸਾਖਸ਼ਾਤਕਾਰ ਹੋ ਜਾਏ, ਬ੍ਰਹਮ ਗਿਆਨ, ਉਹਨਾਂ ਅੰਦਰੋਂ ਅਵਿਦਿਆ ਦਾ ਹਨੇਰਾ ਦੂਰ ਹੋ ਜਾਂਦਾ। ਉਹ ਆਪਣੇ ਸਰੀਰ ਦਾ ਮਾਣ ਛੱਡ ਕੇ ਆਤਮ ਸਰੂਪ ਵਿੱਚ ਜਾ ਕੇ ਟਿਕ ਜਾਂਦੇ ਨੇ। ਉਹਨਾਂ ਨੂੰ ਇਹ ਬੋਧ ਹੋ ਜਾਂਦਾ ਕਿ ਮੈਂ ਸਰੀਰ ਨਹੀਂ, ਮੈਂ ਆਤਮਾ ਸਰੂਪ ਆ। ਜਿਵੇਂ ਚਾਨਣਾ ਹੋਣ ਨਾਲ ਸੱਪ ਚਲਾ ਜਾਂਦਾ ਤੇ ਰੱਸੀ ਦਾ ਰੂਪ ਨਜ਼ਰ ਆਉਣ ਲੱਗ ਪੈਂਦਾ ਨਾ, ਵੀ ਸੱਪ ਨਹੀਂ ਹੈ, ਰੱਸੀ ਹੈ। ਇਸੇ ਤਰ੍ਹਾਂ ਜਿਨ੍ਹਾਂ ਅੰਦਰ ਆਤਮਾ ਦਾ ਗਿਆਨ ਪ੍ਰਗਟ ਹੋ ਜਾਵੇ, ਉਹ ਆਪਣੇ ਆਪ ਨੂੰ ਸਰੀਰ ਨਹੀਂ, ਫਿਰ ਆਤਮ ਸਰੂਪ ਜਾਣਦੇ ਨੇ, ਆਤਮ ਸਰੂਪ ਮੰਨਦੇ ਹਨ। ਦੋਹਰਾ ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ। ਕਹਿੰਦੇ ਪੰਜ ਚੀਜ਼ਾਂ ਨੇ। ਇੱਕ ਹੈ ਸਤ, ਦੂਸਰਾ ਹੈ ਚੇਤਨ, ਤੀਸਰਾ ਹੈ ਆਨੰਦ, ਚੌਥਾ ਹੈ ਨਾਮ, ਤੇ ਪੰਜਵਾਂ ਹੈ ਰੂਪ। ਪੰਜ ਚੀਜ਼ਾਂ ਨੇ ਨਾ। ਇਹ ਜਿਹੜਾ ਸੰਸਾਰ ਹੈ, ਇਹਨੂੰ ਨਾਮ ਰੂਪ ਕਰਕੇ ਵਰਣਨ ਕੀਤਾ ਜਾਂਦਾ ਹੈ। ਰੂਪ ਕਰਕੇ ਨਾਮ ਵਰਣਨ ਕੀਤੇ ਜਾਂਦੇ ਨੇ। ਤੇ ਸਤ ਚੇਤਨ ਆਨੰਦ, ਇਹ ਦੋ ਪੜਾਅ ਬਣਾ ਲਓ। ਇੱਕ ਸੰਸਾਰ ਦਾ ਪੜਾਅ ਹੋ ਗਿਆ, ਸੰਸਾਰ ਹੋ ਗਿਆ ਨਾਮ ਰੂਪ, ਔਰ ਸਤ ਚੇਤਨ ਆਨੰਦ ਸਰੂਪ ਹੋ ਗਿਆ ਬ੍ਰਹਮ ਸਰੂਪ। ਹਾਂਜੀ। ਸੰਤ ਦੋਹਨ ਉਰ ਪਰ ਹਰੇ ਤਿੰਨ ਤੀਨੋਂ ਕੋ ਸੰਚ। ਜਿਹੜੇ ਸੰਤ ਨੇ ਉਹ ਤਿੰਨਾਂ ਦਾ ਗ੍ਰਹਿਣ ਕਰਦੇ ਨੇ ਤੇ ਦੋਹਾਂ ਦਾ ਤਿਆਗ ਕਰ ਦਿੰਦੇ ਨੇ। ਤਿੰਨ ਕਿਹੜੇ? ਸਤ ਚੇਤਨ ਆਨੰਦ ਸਰੂਪ ਨੂੰ ਗ੍ਰਹਿਣ ਕਰਦੇ ਨੇ, ਔਰ ਨਾਮ ਤੇ ਰੂਪ ਜਿਹੜਾ ਇਹ ਸੰਸਾਰ ਹੈ ਇਹਦਾ ਤਿਆਗ ਕਰਦੇ ਨੇ, ਇਹਦੀ ਮਮਤਾ ਦਾ ਤਿਆਗ ਕਰਦੇ ਨੇ, ਔਰ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਸੰਤ ਜਨਾਂ ਦੀ ਬਿਰਤੀ ਹੈ। ਇੱਥੇ ਤੱਕ ਅਕਾਲ ਪੁਰਖ ਦੇ ਮੰਗਲ ਕਰਕੇ ਹੁਣ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲ ਕਰ ਰਹੇ ਨੇ। ਸੁਣੋ ਜੀ। ਇਸ਼ਟ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਗਲ ਸਵਈਆ ਕਰ ਤਾਰਨ ਸੇ ਸ਼ੁਭ ਬਾਕ ਬਿਲਾਸ ਬਿਹੰਗ ਬੇਕਾਰਨ ਕੋ ਕਰ ਤਾਰਨ। ਖਾਲਸਾ ਜੀ, ਜਿਹੜਾ ਕਰ ਤਾਰਨ ਸ਼ਬਦ ਹੈ ਉਹਦੇ ਇੱਥੇ ਵੱਖੋ ਵੱਖਰੇ ਅਰਥ ਆ ਰਹੇ ਨੇ। ਇਹ ਮਹਾਂਕਵੀ ਜੀ ਦੀ ਕਵਿਤਾ ਦਾ ਕਮਾਲ ਹੈ। ਇਸੇ ਕਰਕੇ ਪੰਥ ਨੇ ਉਹਨਾਂ ਨੂੰ ਮਹਾਂਕਵੀ ਦਾ ਖਿਤਾਬ ਦਿੱਤਾ, ਚੂੜਾਮਣੀ ਦਾ ਖਿਤਾਬ ਦਿੱਤਾ। ਭਾਈ ਸਾਹਿਬ ਜਦੋਂ ਕਵਿਤਾ ਲਿਖਦੇ ਇਹੋ ਜਿਹੇ ਅਭੇਦ ਹੁੰਦੇ ਅਕਾਲ ਪੁਰਖ ਵਿੱਚ। ਹੁਣ ਕਰਤਾਰਨ ਸ਼ਬਦ ਇਸ ਸਾਰੇ ਸਵਈਏ ਚ ਆ ਰਿਹਾ ਤੇ ਸਾਰਿਆਂ ਦੇ ਵੱਖੋ ਵੱਖਰੇ ਅਰਥ ਨੇ। ਕਰਤਾਰਨ ਸੇ ਸ਼ੁਭ ਬਾਕ ਬਿਲਾਸ। ਕਰ ਤਾਰਨ, ਪਹਿਲੇ ਕਰ ਤਾਰਨ ਦਾ ਅਰਥ ਹੈ ਕਲ ਤਾਰਨ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵਾਕ ਨੇ, ਬਚਨ, ਉਹ ਕਲਯੁਗ ਦੇ ਜੀਵਾਂ ਨੂੰ ਤਾਰਨੇ ਵਾਲੇ ਹਨ। ਭਾਈ ਸਾਹਿਬ ਜੀ ਲਿਖਦੇ ਆ, ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ, ਕਲ ਤਾਰਨ, ਕਰ ਤਾਰਨ, ਦੋਨਾਂ ਦਾ ਇੱਕ ਰਾਰੇ ਵਿੱਚ ਲੱਲਾ ਸ਼ਬਦ ਹੀ ਲੁਪਤ ਹੁੰਦਾ, ਕਿਉਂਕਿ ਇੱਕੋ ਪੰਕਤੀ ਵਿੱਚ ਚੱਲ ਰਹੇ ਨੇ। ਰਾਰਾ ਤੇ ਲੱਲਾ ਦੋਨਾਂ ਵਿੱਚ ਸਮਾਨ ਭਾਵ ਹੈ। ਤੋ ਲੱਲਾ ਸ਼ਬਦ ਥਾਂ ਤੇ ਰਾਰਾ ਵੀ ਉਚਾਰਨ ਹੋ ਜਾਂਦਾ, ਰਾਰੇ ਦੇ ਥਾਂ ਤੇ ਕਈ ਥਾਵਾਂ ਤੇ ਲੱਲੇ ਦਾ ਵੀ ਵਿੱਚੋਂ ਸ਼ਬਦ ਉਚਾਰਨ ਹੋ ਜਾਂਦਾ। ਕਲ ਤਾਰਨ ਕਹਿ ਲੋ ਚਾਹੇ ਕਰ ਤਾਰਨ ਕਹਿ ਲੋ, ਅਰਥ ਦੋਨਾਂ ਦਾ ਸਪਸ਼ਟ ਹੋ ਜਾਏਗਾ ਕਿ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਕ ਨੇ, ਬਚਨ ਨੇ, ਗੁਰੂ ਸਾਹਿਬ ਦੇ ਬਚਨ ਨੇ, ਜਪਜੀ ਸਾਹਿਬ ਦੀ ਬਾਣੀ ਆਪ ਜੀ ਪੜ੍ਹਦੇ ਹੋ ਨਾ। ਹੁਣ ਸਤਿਗੁਰਾਂ ਦੀ ਇਹ ਬਾਣੀ ਕਲਯੁਗ ਦੇ ਜੀਵਾਂ ਨੂੰ ਤਾਰਨੇ ਵਾਲੀ ਹੈ।
ਫਿਰ ਬਿਹੰਗ ਬਿਕਾਰਨ ਕੋ ਕਰ ਤਾਰਨ, ਕਰ ਤਾਰਨ, ਇੱਥੇ ਫਿਰ ਕਰ ਤਾਰਨ ਸ਼ਬਦ ਆਇਆ ਦੂਸਰੀ ਵਾਰ। ਜਿਹੜੇ ਵਿਕਾਰ ਨੇ ਇਹ ਨੇ ਪੰਛੀਆਂ ਦੇ ਸਮਾਨ। ਸਾਡੇ ਅੰਦਰ ਜਿੰਨੇ ਵਿਕਾਰ ਦੇ ਪੰਛੀ ਨੇ, ਗੁਰੂ ਸਾਹਿਬ ਜੀ ਉਹਨਾਂ ਵਿਕਾਰਾਂ ਰੂਪੀ ਪੰਛੀਆਂ ਨੂੰ ਕਰ ਤਾੜਨ, ਤਾੜਨਾ ਕਰਕੇ ਭਜਾ ਦਿੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਪੰਛੀ ਨੂੰ ਆਪਾਂ ਹੱਥ ਨਾਲ ਇਹਦਾ ਇਸ਼ਾਰਾ ਜਿਹਾ ਕਰਕੇ ਉਡਾ ਦੇਈਦਾ ਨਾ, ਉੱਡ ਜਾਂਦਾ ਪੰਛੀ। ਕਹਿੰਦੇ ਏਦਾਂ ਸਤਿਗੁਰੂ ਜੀ ਆਪਣੇ ਹੱਥ ਨਾਲ ਤਾੜਨਾ ਕਰਕੇ ਆਪਣੇ ਸੇਵਕਾਂ ਦੇ ਹਿਰਦਿਆਂ 'ਚ ਜਿਤਨੇ ਵਿਕਾਰਾਂ ਰੂਪੀ ਪੰਛੀ ਨੇ, ਉਹਨਾਂ ਪੰਛੀਆਂ ਨੂੰ ਤਾੜਨਾ ਕਰਕੇ ਉਡਾ ਦੇਣ ਵਾਲੇ ਹਨ। ਕਰਤਾਰ ਨਹੀਂ ਮਨ ਜਾਣਤ ਜੀ, ਤਿਨ ਕੇ ਹਿਤ ਕੋ ਸਿਫਤੀ ਕਰ ਤਾਰਨ। ਕਰਤਾਰ ਨਹੀਂ, ਹੁਣ ਕਰਤਾਰਨ ਸ਼ਬਦ ਇੱਥੇ ਇਕੱਠਾ ਕਰੀਏ ਅਰਥ ਨਹੀਂ ਸਪਸ਼ਟ ਹੋਣਾ। ਇੱਥੇ ਵੀ ਕਰਤਾਰਨ ਸ਼ਬਦ ਵਰਤਿਆ, ਪਰ ਕਰਤਾਰ ਨੂੰ ਵੱਖਰਾ ਕਰਕੇ ਜਿਹੜਾ ਨੰਨਾ ਉਹ ਹਾਹੇ ਨਾਲ ਅੱਗੇ ਜੋੜ ਦਿੱਤਾ ਹੈ, ਕਰਤਾਰ ਨਹੀਂ। ਕਰਤਾਰ ਨਹੀਂ ਮਨ ਜਾਣਤ ਜੋ, ਜਿਨ੍ਹਾਂ ਨੂੰ ਕਰਤਾਰ ਦਾ ਪਤਾ ਹੀ ਨਹੀਂ ਵੀ ਕਰਤਾਰ ਕੌਣ ਹੈ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਸਾਖੀ 'ਚ। ਇੱਕ ਮੁਨਾਫਕ ਦੇਸ਼ ਸੀ ਜਿੱਥੇ ਸਤਿਗੁਰੂ ਜੀ ਗਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਰਤਾਰ ਕੌਣ। ਮਹਾਰਾਜ ਜੀ ਕਹਿੰਦੇ ਮੀਂਹ ਕਰਤਾਰ ਪਾਉਂਦਾ ਹੈ। ਜ਼ਿਮੀਂਦਾਰ ਕਹਿਣ ਲੱਗੇ ਮਹਾਰਾਜ ਜੀ ਉਹ ਕਿਹੜੇ ਪਿੰਡ ਰਹਿੰਦਾ, ਅਸੀਂ ਜਾ ਕੇ ਉਹਨੂੰ ਮਿਲ ਲੈਨੇ ਆ, ਕਰਤਾਰੇ ਨੂੰ ਕਹਿ ਦਿੰਦੇ ਆ ਵੀ ਮੀਂਹ ਪਾਵੇ। ਮਹਾਰਾਜ ਜੀ ਕਹਿੰਦੇ ਉਹ ਕਰਤਾਰ ਸਰਬ ਥਾਈਂ ਵਿਆਪਕ ਹੈ। ਇਹੋ ਜਿਹੇ ਲੋਕ ਵੀ ਸੀ ਜਿਨ੍ਹਾਂ ਨੂੰ ਕਰਤਾਰ ਦਾ ਪਤਾ ਹੀ ਨਹੀਂ ਸੀ। ਕਰਤਾਰ ਨਹੀਂ ਮਨ ਜਾਣਤ ਜੇ, ਜਿਹੜੇ ਕਰਤਾਰ ਨੂੰ ਮਨ 'ਚ ਜਾਣਦੇ ਹੀ ਨਹੀਂ ਸੀ। ਤਿਨ ਕੇ ਹਿਤ ਕੋ ਸਿਫਤੀ ਕਰ ਤਾਰਨ। ਆਹਾ, ਉਹਨਾਂ ਦੇ ਮਨਾਂ ਵਿੱਚ ਕਰਤਾਰ ਦਾ ਗਿਆਨ ਉਜਾਗਰ ਹੋ ਜਾਏ। ਗੁਰੂ ਨਾਨਕ ਸਾਹਿਬ ਨੇ ਕਰਤਾਰ ਦੀ ਸਿਫਤੀ ਕੀਤੀ, ਅਕਾਲ ਪੁਰਖ ਦੀ ਕਰਤਾਰ ਦੀ ਵਡਿਆਈ ਕੀਤੀ, ਉਹਨਾਂ ਦੇ ਵਾਸਤੇ ਕੀਤੀ ਵੀ ਜਿਨ੍ਹਾਂ ਨੂੰ ਕਰਤਾਰ ਦਾ ਨਹੀਂ ਪਤਾ ਉਹਨਾਂ ਨੂੰ ਵੀ ਕਰਤਾਰ ਦਾ ਪਤਾ ਲੱਗ ਜੇ। ਔਰ ਕਰ ਤਾਰਨ, ਉਹਨਾਂ ਨੂੰ ਤਾਰਨਾ ਸੀ ਇਹ ਸੰਸਾਰ ਤੋਂ, ਤਾਂ ਸਤਿਗੁਰੂ ਜੀ ਨੇ ਐਸਾ ਕੀਤਾ। ਕਰ ਤਾਰਨ ਪਾਪੇ ਉਤਾਰਨ ਕੋ, ਗਨ ਦੰਭ ਛਪੇ ਸਵਿਤਾ ਕਰ ਤਾਰਨ। ਕਰ ਨਾਮ ਹੱਥਾਂ ਦਾ ਹੁੰਦਾ, ਤਾਰ ਨਾਮ ਤਾੜੀ ਦਾ ਹੁੰਦਾ। ਜਿਵੇਂ ਆਪਾਂ ਤਾੜੀ ਮਾਰ ਕੇ ਹੱਥਾਂ ਦਾ ਘੱਟਾ ਜਿਹਾ ਲੱਗਾ ਹੋਵੇ ਝਾੜ ਦੇਈਦਾ ਨਾ, ਲਾਹ ਦੇਈਦਾ। ਕਹਿੰਦੇ ਏਦਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕਾਂ ਦੇ ਅੰਦਰੋਂ ਪਾਪਾਂ ਦੀ ਮੈਲ ਨੂੰ ਝਾੜ ਦਿੰਦੇ ਆ। ਕਰ ਤਾਰਨ, ਹੱਥਾਂ ਦੀ ਤਾੜੀ ਨਾਲ ਝਾੜ ਦਿੰਦੇ ਆ। ਪਾਪ ਉਤਾਰਨ ਕੋ, ਉਤਾਰ ਦਿੰਦੇ ਆ ਪਾਪਾਂ ਨੂੰ। ਗਨ ਦੰਭ ਛਪੈ ਸਵਤਾ ਕਰ ਤਾਰਨ। ਹੁਣ ਜਿਹੜਾ ਪਖੰਡ ਰੂਪੀ ਤਾਰੇ ਨੇ, ਪਖੰਡ ਰੂਪੀ ਤਾਰੇ ਨੇ, ਉਹਨਾਂ ਵਾਸਤੇ ਮਹਾਰਾਜ ਜੀ ਸੂਰਜ ਵਾਂਗੂ ਸੰਸਾਰ ਵਿੱਚ ਪ੍ਰਗਟ ਹੋਏ ਨੇ। ਜਦੋਂ ਸੂਰਜ ਚੜ੍ਹਦਾ ਉਦੋਂ ਪਖੰਡ ਰੂਪੀ ਤਾਰੇ ਛੁਪ ਜਾਂਦੇ ਨੇ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗੂ ਪ੍ਰਕਾਸ਼ੇ, ਔਰ ਸੂਰਜ ਵਾਂਗੂ ਪ੍ਰਕਾਸ਼ ਕਰਕੇ ਸਤਿਗੁਰੂ ਜੀ ਨੇ ਪਖੰਡ ਰੂਪੀ ਤਾਰਿਆਂ ਨੂੰ ਛਪਾ ਦਿੱਤਾ। ਕਰਤਾਰ ਨਿਹਾਰ ਗੁਰੂ ਬਾਰ ਨਾਨਕ, ਦਾਸੇ ਉਦਾਰਨ ਜਿਉ ਕਰ ਤਾਰਨ। ਹੁਣ ਇੱਥੇ ਵੀ ਕਰਤਾਰ ਨਿਹਾਰ, ਕਰਤਾਰ ਨਿਹਾਰ ਵੈਸੇ ਨੰਨਾ ਇਧਰ ਲਾ ਕੇ ਅੱਖਰ ਉਹੀ ਚੱਲਦਾ ਆ ਰਿਹਾ ਕਰਤਾਰਨ। ਤਕਰੀਬਨ 8 ਵੇਰੀ ਇਸ ਸ਼ਬਦ ਵਿੱਚ ਕਰਤਾਰਨ ਆਇਆ ਸਵਈਏ 'ਚ, 8 ਵਾਰ, ਤੇ 8 ਵੇਰਾਂ ਦਾ ਅਰਥ ਵੱਖੋ ਵੱਖਰਾ ਹੈ। ਇਹ ਆ ਮਹਾਂ ਕਵੀ ਜੀ ਦੀ ਵਿਦਵਤਾ, ਉਹਨਾਂ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਖਾਲਸਾ ਜੀ, ਵਿਦਿਆ ਦਾ ਭੇਦ ਉਹੀ ਜਾਣਦਾ ਜਿਹੜਾ ਵਿਦਵਾਨ ਹੋਵੇ। ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਵਿਦਵਾਨ ਨੂੰ ਪਤਾ ਹੁੰਦਾ ਵੀ ਕਿਸੇ ਦੇ ਵਿੱਚ ਜਿਹੜੀ ਵਿਦਿਆ ਉਹਦਾ ਹੁਨਰ ਕੀ ਹੈ, ਉਹਦਾ ਗੁਣ ਕੀ ਹੈ। ਜਿਹੜਾ ਅਵਿਦਿਅਕ ਹੈ ਉਹਦੇ ਵਾਸਤੇ ਉਹਨੂੰ ਤਾਂ ਕੁਝ ਨਹੀਂ ਪਤਾ, ਉਹਨੇ ਤਾਂ ਕਹਿਣਾ ਕਰਤਾਰਨ ਕਰਤਾਰਨ ਹੋ ਰਹੀ ਹੈ, ਖਰੇ ਕੀ ਕਹੀ ਜਾਂਦੇ ਆ ਕਰਤਾਰਨ। ਜਿਹੜਾ ਵਿਦਵਾਨ ਹੈ, ਕਵਿਤਾ ਦਾ ਭੇਦ ਸਮਝਦਾ, ਉਹਨੂੰ ਪਤਾ ਵੀ ਇਹ ਕਿਤਨੀ ਗੂੜ ਗੱਲ, ਵੀ ਇੱਕੋ ਅੱਖਰ ਦੇ 8 ਅਰਥ ਕਰ ਦਿੱਤੇ ਮਹਾਕਵੀ ਜੀ ਨੇ। ਇੱਥੇ ਕਹਿੰਦੇ ਕਰਤਾਰ ਨਿਹਾਰ, ਵੈਸੇ ਨੰਨਾ ਅੱਖਰ ਵੀ ਲੱਗਾ, ਨਿਹਾਰ ਅੱਗੇ ਲਾ ਦਿੱਤਾ ਨੰਨਾ। ਕਹਿੰਦੇ ਹੇ ਭਾਈ,
ਗੁਰੂ ਨਾਨਕ ਸਾਹਿਬ ਜੀ ਜੋ ਸ੍ਰੇਸ਼ਟ ਗੁਰੂ ਨੇ, ਉਹਨਾਂ ਨੂੰ ਕਰਤਾਰ ਰੂਪ ਕਰਕੇ ਵੇਖੋ ਕਿ ਗੁਰੂ ਨਾਨਕ ਸਾਹਿਬ ਹੀ ਕਰਤਾਰ ਹਨ। ਦਾਸ ਉਧਾਰਨ ਜੋ ਕਰ ਤਾਰਨ, ਇੱਥੇ ਜਿਹੜਾ ਅਖੀਰਲੀ ਵਾਰ ਸ਼ਬਦ ਵਿੱਚ ਕਰ ਤਾਰਨ ਆਇਆ ਦਾ ਮਤਲਬ ਹੈ ਜਹਾਜ਼। ਕਹਿੰਦੇ ਆਪਣਿਆਂ ਦਾਸਾਂ ਨੂੰ ਉਧਾਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਹਾਜ਼ ਵਾਂਗੂ ਹਨ। ਹੇ ਭਾਈ, ਗੁਰੂ ਨਾਨਕ ਸਾਹਿਬ ਨੂੰ ਕਰਤਾਰ ਰੂਪ ਕਰਕੇ ਵੇਖੋ, ਆਪਣਿਆਂ ਦਾਸਾਂ ਨੂੰ ਉਧਾਰਨੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਹਾਜ਼ ਵਾਂਗਰ ਹਨ। ਇਸ਼ਟ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮੰਗਲ। ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਹਨ। ਸਵਈਆ ਬੰਦ ਨਾ ਹੋਤ ਸੁਨੇ ਉਪਦੇਸ਼। ਹਾਂਜੀ, ਜਿਹੜੇ ਗੁਰੂ ਅੰਗਦ ਦੇਵ ਸਾਹਿਬ ਦਾ ਉਪਦੇਸ਼ ਸੁਣਦੇ ਨੇ ਨਾ, ਉਹਨਾਂ ਨੂੰ ਬੰਧਨ ਨਹੀਂ ਪੈਂਦੇ। ਧੰਨ ਗੁਰੂ ਅੰਗਦ ਦੇਵ ਸਾਹਿਬ ਦਾ ਉਪਦੇਸ਼ ਸੁਣਨ ਵਾਲਿਆਂ ਨੂੰ ਬੰਧਨ ਨਹੀਂ ਗਰਸਦੇ। ਜਦੋਂ ਗੁਰੂ ਅੰਗਦ ਸਾਹਿਬ ਦੇ ਬਚਨ ਸੁਣੀਏ ਨਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ। ਇਹ ਗੁਰੂ ਅੰਗਦ ਸਾਹਿਬ ਦੇ ਬਚਨ ਹਨ। ਤੇ ਜਿਹੜੇ ਗੁਰੂ ਅੰਗਦ ਸਾਹਿਬ ਦੇ ਬਚਨ ਸੁਣਦੇ ਨੇ, ਉਹਨਾਂ ਨੂੰ ਬੰਧਨ ਨਹੀਂ ਵਿਆਪਦੇ। ਰਿਦੇ ਬਸ ਜਾਹੇ ਕਰੇ ਅਭਿਨੰਦਨ। ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਂਦੇ ਨੇ, ਉਹਨਾਂ ਦੇ ਹਿਰਦਿਆਂ 'ਚ ਅਭਿਨੰਦਨ। ਅਭਿਨੰਦਨ ਦਾ ਮਤਲਬ ਕੀ ਹੁੰਦਾ? ਆਨੰਦ, ਖੇੜਾ, ਵਿਗਾਸ। ਜਿਨ੍ਹਾਂ ਦੇ ਹਿਰਦਿਆਂ 'ਚ ਗੁਰੂ ਅੰਗਦ ਸਾਹਿਬ ਵਸਦੇ ਨੇ, ਉਹਨਾਂ ਦੇ ਹਿਰਦਿਆਂ 'ਚ ਖੇੜਾ ਤੇ ਆਨੰਦ ਪੈਦਾ ਕਰ ਦਿੰਦੇ ਹਨ। ਉਹਨਾਂ ਹਿਰਦਿਆਂ 'ਚ ਆਨੰਦ। ਅੱਗੇ ਕਥਾ ਆਵੇਗੀ, ਗੁਰੂ ਅੰਗਦ ਸਾਹਿਬ ਜੀ ਦੀ ਆਰੰਭ ਹੋ ਰਹੀ ਹੈ। ਜਦੋਂ ਅੰਮ੍ਰਿਤ ਵੇਲੇ ਮਹਾਰਾਜ ਜੀ ਆਪਣੇ ਸਾਧਨਾ ਤੋਂ ਬਾਹਰ ਆਉਂਦੇ ਨਾ, ਤੇ ਦਰਵਾਜ਼ੇ ਦੇ ਉੱਤੇ ਕਈ ਕੋੜੀ ਬੈਠੇ ਹੋਣੇ, ਲੂਲੇ ਪਿੰਗਲੇ ਬੈਠੇ ਹੋਣੇ, ਦੁਖੀ ਬੈਠੇ ਹੋਣੇ। ਜਿਹਦੇ ਤੇ ਸਭ ਤੋਂ ਪਹਿਲੀ ਦ੍ਰਿਸ਼ਟੀ ਗੁਰੂ ਅੰਗਦ ਸਾਹਿਬ ਦੀ ਪੈ ਜਾਣੀ, ਉਹਦਾ ਰੋਗ ਕੱਟਿਆ ਜਾਂਦਾ ਸੀ। ਤਦੇ ਤੇ ਭੱਟਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਦੀ ਸਿਫਤ ਕਰਦਿਆਂ, ਅਮੈ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਾਲ। ਅੰਮ੍ਰਿਤ ਦ੍ਰਿਸ਼ਟੀ ਹੈ ਗੁਰੂ ਅੰਗਦ ਸਾਹਿਬ ਦੀ। ਜਿਨ੍ਹਾਂ ਦੇ ਹਿਰਦਿਆਂ 'ਚ ਵਸ ਜਾਂਦੇ ਨੇ, ਉਹਨਾਂ ਦੇ ਹਿਰਦਿਆਂ 'ਚ ਅਭਿਨੰਦਨ, ਖੇੜਾ, ਆਨੰਦ ਪੈਦਾ ਕਰਦੇ ਹਨ। ਨੰਦਨ ਫੇਰੂ ਸੁਚੰਦ ਬਿਲੰਦ। ਬਾਬਾ ਫੇਰੂ ਮੱਲ ਜੀ ਦੇ ਨੰਦਨ ਪੁੱਤਰ ਨੇ ਗੁਰੂ ਅੰਗਦ ਸਾਹਿਬ। ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਹੈ ਬਾਬਾ ਫੇਰੂ ਮੱਲ ਜੀ। ਫੇਰ ਵਸਾਇਆ ਫੇਰੂ ਆਣ। ਬਾਬਾ ਫੇਰੂ ਜੀ ਦੇ ਪੁੱਤਰ ਹਨ। ਸੁਛੰਦ, ਸੁਤੰਤਰ ਨੇ, ਕਿਸੇ ਦੇ ਅਧੀਨ ਨਹੀਂ। ਗੁਰੂ ਅੰਗਦ ਸਾਹਿਬ ਆਪ ਖੁਦ ਖੁਦਾ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਦੀਆਂ ਜਿੰਨੀਆਂ ਦੇਵੀ ਸ਼ਕਤੀਆਂ ਨੇ, ਸਭ ਅਧੀਨ ਨੇ। ਉਹ ਇੱਕ ਦੂਜੇ ਦੇ ਅਧੀਨ ਨੇ। ਬ੍ਰਹਮਾ ਜੀ ਵਿਸ਼ਨੂੰ ਦੇ ਅਧੀਨ ਨੇ, ਵਿਸ਼ਨੂੰ ਜੀ ਸ਼ਿਵ ਜੀ ਦੇ ਅਧੀਨ ਨੇ, ਸ਼ਿਵ ਜੀ ਫੇਰ ਅੱਗੇ ਆ ਕੇ ਬ੍ਰਹਮਾ ਜੀ ਦੇ ਅਧੀਨ ਨੇ। ਇਹ ਸਭ ਦੇਵੀ ਸ਼ਕਤੀਆਂ ਇੱਕ ਦੂਜੇ ਦੇ ਅਧੀਨ ਨੇ। ਪਰ ਮੇਰੇ ਸਤਿਗੁਰੂ ਜੀ ਖੁਦ ਆਪ ਸੁਆਮੀ ਨੇ, ਆਪ ਮਾਲਕ ਨੇ, ਸੁਛੰਦ ਨੇ, ਕਿਸੇ ਦੇ ਅਧੀਨ ਨਹੀਂ ਹਨ। ਆਪ ਮਾਲਕ ਨੇ। ਜਿਹੜੇ ਆਪ ਹੀ ਖੁਦ ਖੁਦਾ ਨੇ, ਮਾਲਕ ਨੇ, ਉਹ ਭਲਾ ਕਿਹਦੇ ਅਧੀਨ ਹੋ ਸਕਦੇ ਆ? ਸੁਛੰਦ। ਬਿਲੰਦ, ਬਿਲੰਦ ਕਹਿੰਦੇ ਨੇ ਵੱਡੇ ਨੂੰ। ਗੁਰੂ ਅੰਗਦ ਸਾਹਿਬ ਵੱਡੇ ਹਨ। ਕਿੰਨੇ ਵੱਡੇ ਹੋਣਗੇ? ਜਿਨ੍ਹਾਂ ਅੱਗੇ ਦੀਨ ਤੇ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮੱਥਾ ਟੇਕਦੇ ਆ। ਇਸ ਕਰਕੇ ਬਿਲੰਦ ਨੇ, ਵੱਡੇ ਹਨ। ਬਿਲੋਚਨ ਸੁੰਦਰਤਾ ਅਰਬਿੰਦਨ। ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਬੜੀ ਸੁੰਦਰ ਨੇ। ਅਰਬਿੰਦਨ, ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਖਿੜਿਆ, ਏਦਾਂ ਕਮਲ ਦੇ ਖਿੜੇ ਹੋਏ ਫੁੱਲ ਵਾਂਗੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨੇਤਰ ਹਨ। ਬਿੰਦ ਨਾ ਮੰਦ ਬੇਕਾਰ ਰਹੇ ਤਮ
ਬ੍ਰਿੰਦ ਦਨਿੰਦ ਮਨਿੰਦ ਨਿਕੰਦਨ। ਜਿਨ੍ਹਾਂ ਵੱਲ ਗੁਰੂ ਅੰਗਦ ਸਾਹਿਬ ਜੀ ਵੇਖਦੇ ਨੇ ਨਾ, ਉਹਨਾਂ ਦੇ ਅੰਦਰ ਥੋੜੇ ਜਿੰਨੇ ਵੀ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ। ਬਿੰਦ ਨਾ ਮੰਦ ਵਿਕਾਰ ਰਹਿ, ਬਿੰਦ ਕਹਿੰਦੇ ਥੋੜਾ ਜਿੰਨਾ ਵੀ ਮੰਦੇ ਵਿਕਾਰ ਉਹਨਾਂ ਦੇ ਅੰਦਰ ਨਹੀਂ ਰਹਿੰਦੇ। ਤਮ ਬ੍ਰਿੰਦ ਦਨਿੰਦ ਮਨਿੰਦ ਨਿਕੰਦਨ, ਜਿਹੜੇ ਵਿਕਾਰਾਂ ਰੂਪੀ ਤਮ ਹਨੇਰੇ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦਨਿੰਦ ਕਹਿੰਦੇ ਨੇ ਦਿਨ ਦਾ ਇੰਦ, ਦਿਨ ਦਾ ਰਾਜਾ। ਹੁਣ ਦਿਨ ਦਾ ਰਾਜਾ ਕਿਹੜਾ? ਦਿਨ ਦਾ ਰਾਜਾ ਹੈ ਸੂਰਜ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਸੂਰਜ ਵਾਂਗੂ ਦਰਸ਼ਨ ਦਿੰਦੇ ਆ ਨਾ, ਤੇ ਸੇਵਕਾਂ ਦੇ ਅੰਦਰ ਜਿਤਨਾ ਹਨੇਰੇ ਰੂਪੀ ਵਿਕਾਰ ਨੇ ਉਹ ਸਭ ਨਿਕੰਦਨ ਦੂਰ ਹੋ ਜਾਂਦੇ ਹਨ। ਕੰਦੇ ਆਨੰਦ ਮੁਕੰਦ ਭਜੋ। ਇਹ ਭਾਈ ਜੋ ਆਨੰਦ ਦਾ ਕੰਦ ਮੂਲ ਨੇ, ਜੋ ਮੁਕਤੀ ਦੇ ਦਾਤੇ ਨੇ, ਐਸੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦਾ ਭਜਨ ਕਰੋ। ਗੁਰ ਅੰਗਦ ਚੰਦ ਸਦਾ ਕਰ ਬੰਦਨ। ਚੰਦਰਮਾ ਜੈਸੇ ਸੋਹਣੇ ਮੁਖੜੇ ਵਾਲੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਤੇ ਹੇ ਮੇਰਿਆ ਮਨਾ ਤੂੰ ਸਦਾ ਹੀ ਮੱਥਾ ਟੇਕਿਆ ਕਰ, ਸਦਾ ਹੀ ਬੰਦਨਾ ਕਰਿਆ ਕਰ, ਔਰ ਗੁਰੂ ਅੰਗਦ ਸਾਹਿਬ ਦਾ ਭਜਨ ਕਰਿਆ ਕਰ। ਇਸ਼ਟ ਗੁਰੂ ਸ਼੍ਰੀ ਗੁਰ ਅਮਰਦਾਸ ਜੀ ਮੰਗਲ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ। ਛਪਿਐ ਅਮਰ ਅਲੰਬ ਕਰ ਜਾਏ, ਸਮਰ ਜੈ ਪਾਵੇ ਅਰ ਹਰ। ਕਹਿੰਦੇ ਅਮਰ ਦਾ ਮਤਲਬ ਹੁੰਦਾ ਦੇਵਤੇ। ਜਿੰਨੇ ਦੇਵਤੇ ਨੇ ਇਹ ਸਾਰੇ ਦੇਵਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਆਸਰੇ ਤੇ ਹਨ। ਇਹਨਾਂ ਸਾਰਿਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਆਸਰਾ ਹੈ। ਗੁਰੂ ਅਮਰਦਾਸ ਸਾਹਿਬ ਦਾ ਆਸਰਾ ਲੈ ਕੇ ਸਮਰ ਜੈ ਪਾਵੈ ਆਰੀ ਹਰ। ਸਮਰ ਕਹਿੰਦੇ ਜੰਗ ਦੇ ਮੈਦਾਨ ਨੂੰ। ਜੰਗ ਦੇ ਮੈਦਾਨ ਵਿੱਚ ਆਪਣੇ ਵੈਰੀਆਂ ਨੂੰ ਹਰ ਲੈਂਦੇ ਨੇ, ਆਪਣੇ ਵੈਰੀਆਂ ਨੂੰ ਮਾਰ ਕੇ ਉਹਨਾਂ ਤੇ ਜੈ ਪ੍ਰਾਪਤ ਕਰ ਲੈਂਦੇ ਨੇ। ਉਹਦੇ ਬਲ ਕਿੱਥੋਂ ਲੈਂਦੇ ਨੇ? ਗੁਰੂ ਅਮਰਦਾਸ ਸਾਹਿਬ ਜੀ ਪਾਸੋਂ। ਹਾਂਜੀ। ਹਰ ਨਿਤ ਲਾਵੇਂ ਧਿਆਨ, ਗਿਆਨ ਪਾਵੇਂ ਮਨ ਉਰ ਤਰ। ਇੱਥੇ ਫਿਰ ਹਰ ਸ਼ਬਦ ਵਰਤਿਆ। ਹਰ ਦਾ ਮਤਲਬ ਹੈ ਵਿਸ਼ਨੂੰ। ਕਹਿੰਦੇ ਵਿਸ਼ਨੂੰ ਵੀ ਜਿਨ੍ਹਾਂ ਦਾ ਧਿਆਨ ਲਾਉਂਦਾ, ਧਿਆਨ ਧਾਰਦਾ ਹੈ। ਔਰ ਜਿੰਨੇ ਮੁਨੀ ਜਨ ਨੇ ਉਹ ਵੀ ਸਤਿਗੁਰੂ ਜੀ ਦੇ ਪਾਸੋਂ ਗਿਆਨ ਪ੍ਰਾਪਤ ਕਰਕੇ ਮਹਾਰਾਜ ਜੀ ਦਾ ਜਸ ਕਰਦੇ ਹਨ। ਧਰਨ ਭਜਨ ਵਿਦਤਾਏ, ਸਬਨ ਮੈਂ ਵਿਆਪਿਓ ਸੰਸਾਰ। ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਪਰਮੇਸ਼ਰ ਦਾ ਨਾਮ ਸਾਰੀ ਧਰਤੀ ਤੇ ਪ੍ਰਗਟ ਕੀਤਾ ਹੈ, ਜਿਹੜਾ ਸਰਬ ਵਿੱਚ ਸਾਰਿਆਂ 'ਚ ਇੱਕ ਬਰਾਬਰ ਵਿਆਪਕ ਹੈ। ਜਿਹੜਾ ਸਾਰਿਆਂ ਵਿੱਚ ਇੱਕ ਬਰਾਬਰ ਵਿਆਪਕ ਹੈ, ਉਹਦਾ ਨਾਮ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਧਰਤੀ ਤੇ ਪ੍ਰਗਟ ਕੀਤਾ ਹੈ। ਸ਼ਰਨ ਦਾਸ ਗਤ ਲੈਤ, ਦਹਿਤ ਦੁਖ ਦੋਖਨ ਕੋ ਦਰ। ਜਿਹੜੇ ਦਾਸ ਬਣ ਕੇ ਸਤਿਗੁਰਾਂ ਦੀ ਸ਼ਰਨ ਲੈਂਦੇ ਨੇ ਗੁਰੂ ਅਮਰਦਾਸ ਸਾਹਿਬ ਦੀ, ਉਹ ਮੁਕਤ ਹੋ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਲੈਣ ਵਾਲੇ ਮੁਕਤ ਹੋ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦੇ ਦੁੱਖ ਔਰ ਦੋਸ਼ ਉਹਨਾਂ ਦਾ ਨਾਸ਼ ਕਰ ਦਿੰਦੇ ਹਨ। ਦਰ ਦੇਤ ਬਤਾਏ ਸੋ ਮੁਕਤ ਕੋ, ਹੋਏ ਪ੍ਰਸੀਦਤ ਚਿਤ ਸਿਮਰ। ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਨੂੰ ਮੁਕਤੀ ਦਾ ਦਰਵਾਜ਼ਾ ਦੱਸ ਦਿੰਦੇ। ਮੁਕਤੀ ਦਾ ਦਰਵਾਜ਼ਾ ਦੱਸ ਦੇਣ ਵਾਲੇ ਆਖਿਆ, ਜਿਹੜਾ 84 ਪੌੜੀਆਂ ਤੇ ਬਹਿ ਕੇ 84 ਪਾਠ ਜਪਜੀ ਸਾਹਿਬ ਦੇ 84 ਇਸ਼ਨਾਨ ਕਰਕੇ ਕਰੇਗਾ, ਉਹ 84 ਤੋਂ ਮੁਕਤ ਹੋ ਜਾਏਗਾ। ਕਿੱਡਾ ਵੱਡਾ ਸੁਖੈਨ ਰਸਤਾ ਦੱਸ ਦਿੱਤਾ। ਮੁਕਤੀ ਦਾ ਦਰ ਦੱਸ ਦੇਣ ਵਾਲੇ ਨੇ ਸਤਿਗੁਰੂ, ਹੋਏ ਪ੍ਰਸੀਦਤ ਚਿਤ ਸਿਮਰ। ਏ ਮੇਰਿਆ ਚਿਤਾ, ਗੁਰੂ ਅਮਰਦਾਸ ਸਾਹਿਬ ਦਾ ਸਿਮਰਨ ਕਰ। ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਸਿਮਰੇਗਾ, ਉਹ ਤੇਰੇ ਤੇ ਪ੍ਰਸੰਨ ਹੋਣਗੇ, ਤੇਰੇ ਤੇ ਰੀਝ ਪੈਣਗੇ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਤੇ ਰੀਝਦੇ ਨੇ, ਉਹਨਾਂ ਨੂੰ ਸਭ ਕੁਝ ਬਖਸ਼ ਦਿੰਦੇ ਨੇ। ਗੁਰੇ ਅਮਰਦਾਸ ਪਰਸੀਐ ਸਿਧ ਸਾਧਕ ਆਸਾਸੈ, ਗੁਰੇ ਅਮਰਦਾਸ ਪਰਸੀਐ ਪੁੱਪ ਪਾਤਕ ਬਿਨਾਸੈ, ਗੁਰੇ ਅਮਰਦਾਸ ਪਰਸੀਐ
ਧਿਆਨ ਲਈਐ ਪਉ ਮੁਕੈ। ਗੁਰ ਅਮਰਦਾਸ ਪਰਸਿਆ ਭਉ ਲੱਭੈ ਗਉ ਚੁਕੈ। ਜਾਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿਠੇ ਮਿਲੈ। ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਪਰਸੇਗਾ ਧਿਆਵੇਂਗਾ ਤਾਂ ਉਹਨਾਂ ਦੀ ਪ੍ਰਸੰਨਤਾ ਤੈਨੂੰ ਪ੍ਰਾਪਤ ਹੋਵੇਗੀ। ਮਰ ਜਨ ਮਨ ਕੋ ਸੰਕਟ ਕਟਤ ਜੈ 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 ਸ਼੍ਰੀ ਗੁਰ ਅਮਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦੇ ਜਨਮ ਤੇ ਮਰਨ ਦਾ ਸੰਕਟ ਕੱਟਣ ਵਾਲੇ ਹਨ, ਜਨਮ ਮਰਨ ਤੋਂ ਮੁਕਤ ਕਰਨ ਵਾਲੇ ਹਨ। ਹੇ ਮੇਰਿਆ ਮਨਾ, ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣਿਆਂ ਸੇਵਕਾਂ ਦਾ ਜਨਮ ਮਰਨ ਕੱਟਦੇ ਨੇ, ਐਸੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਦਾ ਜੈ ਹੋਵੇ। ਐਸੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਦਾ ਹੀ ਜੈ ਹੋਵੇ, ਸਦਾ ਹੀ ਜੈ ਹੋਵੇ, ਸਦਾ ਹੀ ਜੈ ਹੋਵੇ। ਇਸ਼ਟ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮੰਗਲ। ਗੁਰੂ ਰਾਮਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ। ਸਵਈਆ ਹਰਤਾ ਬਿਗਨਾਨਨ ਮਹਾਅਗ ਕੋ ਔਰ ਆਤਮ ਗਿਆਨ ਪ੍ਰਕਾਸ਼ਿਤ ਜੋ ਹਰ। ਹਰਤਾ ਬਿਗਨਾਨ ਮਹਾ ਅਗ ਕੋ। ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣਿਆਂ ਸੇਵਕਾਂ ਦੇ ਜਿਤਨੇ ਬਿਗਨ ਨੇ ਔਰ ਜਿੰਨੇ ਪਾਪ ਨੇ, ਉਹਨਾਂ ਪਾਪਾਂ ਨੂੰ ਹਰ ਲੈਂਦੇ ਹਨ। ਸਤਿ ਸ੍ਰੀ ਅਕਾਲ। ਔਰ ਆਤਮ ਗਿਆਨ ਪ੍ਰਕਾਸ਼ਿਤ ਜੋ ਹਰ। ਔਰ ਆਪਣੇ ਸੇਵਕਾਂ ਦੇ ਹਿਰਦਿਆਂ 'ਚ ਆਤਮਾ ਦੇ ਗਿਆਨ ਦਾ ਪ੍ਰਕਾਸ਼ ਕਰਦੇ ਨੇ ਜਿਉਂ ਹਰ। ਕਿਵੇਂ? ਜਿਵੇਂ ਸੂਰਜ, ਹਰ ਨਾਮ ਸੂਰਜ ਦਾ ਵੀ ਹੁੰਦਾ, ਜਿਵੇਂ ਸੂਰਜ ਪ੍ਰਕਾਸ਼ ਕਰਦਾ ਹੈ, ਏਦਾਂ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਹਿਰਦਿਆਂ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਹਨ। ਹਰ ਦੇਤ ਬਸਾਏ ਸੋ ਦਾਸਨ ਕੇ ਕਮਲਾਸਨ ਧਿਆਵਤ ਜਾਏ ਭਜੇ ਹਰ। ਕਹਿੰਦੇ ਜੋ ਹਰੀ ਦੇ ਘਰ ਦੀ ਸੋਝੀ ਆਪਣਿਆਂ ਦਾਸਾਂ ਨੂੰ ਦੱਸ ਦਿੰਦੇ ਹਨ, ਜਿਨ੍ਹਾਂ ਨੂੰ ਕਮਲਾਸਨ, ਕਮਲਾਸਨ ਕਹਿੰਦੇ ਬ੍ਰਹਮਾ ਵੀ ਧਿਆਉਂਦਾ, ਔਰ ਜਾਹੇ ਭਜੇ ਹਰ, ਹਰ ਨਾਮ ਸ਼ਿਵ ਜੀ ਦਾ, ਜਿਨ੍ਹਾਂ ਨੂੰ ਸ਼ਿਵ ਜੀ ਵੀ ਧਿਆਉਂਦੇ ਹਨ। ਹਰ ਬੰਸ ਵੇਖੇ ਅਵਤਾਰ ਪਾਏ ਹਤ ਰਾਵਣ ਕੋ ਲੀਏ ਸੰਗ ਚਮੂ ਹਰ। ਕਹਿੰਦੇ ਹਰ ਬੰਸ ਕਹਿੰਦੇ ਨੇ ਸੂਰਜ ਬੰਸ, ਹਰ ਨਾਮ ਸੂਰਜ ਦਾ ਹੁੰਦਾ। ਕਹਿੰਦੇ ਸੂਰਜ ਬੰਸਾਂ ਦੇ ਵਿੱਚ ਅਵਤਾਰ ਲਿਆ ਤ੍ਰੇਤੇ ਯੁੱਗ 'ਚ ਭਗਵਾਨ ਰਾਮਚੰਦਰ ਜੀ ਨੇ, ਔਰ ਨਾਲ ਬਾਂਦਰਾਂ ਦੀ ਸੈਨਾ ਲੈ ਕੇ ਰਾਵਣ ਨੂੰ ਮਾਰਿਆ, ਔਰ ਰਾਮਚੰਦਰ ਕਹਾਏ। ਹਰਦਾਸ ਤਨੇ ਰਾਮਦਾਸ ਗੁਰੂ ਮ੍ਰਿਗ ਮੋ ਸੰਘਾਰਤ ਤਜਿਓ ਵੱਡ ਕੇ ਹਰ। ਕਹਿੰਦੇ ਕਲਯੁਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਹਰੀਦਾਸ ਜੀ ਦੇ ਪੁੱਤਰ ਸਦਾਏ। ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਹਰਦਾਸ ਜੀ, ਬਾਬਾ ਹਰਦਾਸ ਜੀ। ਹਰਦਾਸ ਤਨ ਰਾਮਦਾਸ ਗੁਰੂ ਮ੍ਰਿਗ ਮੋਹ ਸੰਘਾਰਤ ਜਿਉ ਵੱਡ ਕੇ ਹਰ। ਇੱਥੇ ਹਰ ਸ਼ਬਦ ਦੇ ਵੇਖੋ ਵੱਖੋ ਵੱਖਰੇ ਅਰਥ ਨੇ ਸਵਈਏ 'ਚ। ਕਹਿੰਦੇ ਬਾਬਾ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ ਨੇ, ਜਿਨ੍ਹਾਂ ਨੇ ਮੋਹ ਰੂਪੀ ਹਿਰਣ, ਜਿਵੇਂ ਤ੍ਰੇਤੇ 'ਚ ਰਾਵਣ ਨੂੰ ਮਾਰਿਆ ਸੀ ਨਾ ਰਾਮਚੰਦਰ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਮੋਹ ਰੂਪੀ ਹਿਰਣ ਨੂੰ ਇਉਂ ਮਾਰਿਆ, ਇਉਂ ਸੰਘਾਰਿਆ ਜਿਵੇਂ ਕੋਈ ਵੱਡਾ ਸ਼ੇਰ ਕਿਸੇ ਹਿਰਣ ਨੂੰ ਮਾਰਦਾ ਹੈ। ਇਸ਼ਟ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮੰਗਲ। ਹੁਣ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਮੰਗਲਾਚਰਨ ਕਰਦੇ ਹਨ। ਕਬਿਤ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ। ਅਰਜਨ ਸ਼ਬਦ ਦੇ ਵੱਖੋ ਵੱਖਰੇ ਅਰਥ ਹੋਣ ਲੱਗੇ ਨੇ। ਮਹਾਂਕਵੀ ਜੀ ਅਰਜਨ ਸ਼ਬਦ ਦੇ ਵਿੱਚ ਬਾਰ-ਬਾਰ ਵਰਤਦੇ। ਪਹਿਲੇ ਅਰਜਨ ਦਾ ਅਰਥ ਹੈ ਅਰਜਨ, ਅਰਦਾਸਾਂ, ਅਰਜ਼ਾਂ, ਬੇਨਤੀਆਂ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਆਪਣਿਆਂ ਦਾਸਾਂ ਦੀਆਂ ਅਰਜ਼ਾਂ ਸੁਣਦੇ ਨੇ, ਬੇਨਤੀਆਂ ਸੁਣਦੇ ਆ। ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇ।
ਆਪਣਿਆਂ ਦਾਸਾਂ ਦੀਆਂ ਬੇਨਤੀਆਂ ਸੁਣ ਕੇ ਆਪਣਿਆਂ ਦਾਸਾਂ ਨੂੰ ਦਾਨ ਦਿੰਦੇ ਨੇ ਗੁਰੂ ਅਰਜਨ ਸਾਹਿਬ। ਹਾਂਜੀ। ਮੋਹ ਕੇ ਬੇਦਾਰ ਬੇਕੋ ਬਾਕਸਰ ਅਰਜਨ। ਔਰ ਮੋਹ ਨੂੰ ਕੱਟਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜੇ ਵਾਕ ਨੇ, ਬਚਨ ਨੇ, ਉਹ ਅਰਜਨ ਦੇ ਤੀਰਾਂ ਵਾਂਗੂ ਨੇ। ਵਾਕ ਸਰ ਕਹਿੰਦੇ ਨੇ ਤੀਰਾਂ ਨੂੰ, ਅਰਜਨ, ਅਰਜਨ ਦੇ ਤੀਰਾਂ। ਅਰਜਨ ਦੇ ਤੀਰ ਕਦੇ ਕਹਿੰਦੇ ਨਿਸ਼ਾਨੇ ਤੋਂ ਬਿਨਾਂ ਨਹੀਂ ਸੀ ਜਾਂਦੇ। ਕਹਿੰਦੇ ਜਿਵੇਂ ਅਰਜਨ ਦੇ ਤੀਰ ਨਿਸ਼ਾਨੇ ਨੂੰ ਵਿੰਨਦੇ ਐ, ਏਦਾਂ ਗੁਰੂ ਅਰਜਨ ਦੇਵ ਸਾਹਿਬ ਦੇ ਵਾਕ, ਉਹਨਾਂ ਦੀ ਬਾਣੀ, ਉਹਨਾਂ ਦੇ ਸੇਵਕਾਂ ਦੇ ਹਿਰਦੇ ਚੋਂ ਮੋਹ ਨੂੰ ਕੱਟਦੇ ਨੇ। ਮੋਹ ਨੂੰ ਦੂਰ ਕਰਨ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਅਰਜਨ ਦੇ ਤੀਰਾਂ ਵਾਂਗੂ ਹਨ। ਅਰਜੁਨ ਜਸ ਵਿਸ ਤੀਰੀ ਸੰਤੋਖ ਸਿੰਘ। ਹੁਣ ਇੱਥੇ ਫਿਰ ਤੀਜੀ ਵਾਰ ਅਰਜੁਨ ਸ਼ਬਦ ਆਇਆ ਹੈ। ਦੋ ਵਾਰੀ ਪਹਿਲੀ ਪੰਕਤੀ, ਤੀਜੀ ਵਾਰ ਫਿਰ ਇੱਥੇ ਅਰਜੁਨ। ਇੱਥੇ ਜੱਜੇ ਨੂੰ ਔਂਕੜ ਲਾ ਦਿੱਤੀ ਹੈ। ਇਹਦਾ ਮਤਲਬ ਹੈ ਉਜਵਲ, ਉਜਵਲ, ਚਿੱਟਾ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਜਸ ਹੈ ਉਹ ਉਜਲ ਹੈ, ਚਿੱਟਾ। ਉਹਦਾ ਵਿਸਥਾਰ ਕਰਨ ਲਈ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਮੈਂ ਆ ਢਾਡੀ। ਜਸ ਵਸ ਤੀਰਨ ਸੰਤੋਖ ਸਿੰਘ। ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਵਸਤੀਰਨ ਢਾਡੀ ਹਾਂ। ਢਾਡੀ ਦਾ ਮਤਲਬ ਜਸ ਦਾ ਫੈਲਾਅ ਕਰਨ ਵਾਲਾ। ਮੈਂ ਢਾਡੀ ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਉਜਲ ਜਸ ਦਾ ਵਿਸਥਾਰ ਕਰਨ ਵਾਲਾ। ਜਹਾਂ ਕਹਾਂ ਜਾਨੀਅਤ ਮਾਨੋ ਤਰੁ ਅਰਜਨ। ਕਹਿੰਦੇ ਜਿੱਥੇ ਕਿੱਥੇ ਜਾਣਿਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਦਾ ਨਾਂ, ਜਿਵੇਂ ਤਾਰੂ ਅਰਜਨ, ਇੱਕ ਅਰਜਨ ਕਲਪ ਬ੍ਰਿਛ ਨੂੰ ਵੀ ਕਹਿੰਦੇ ਆ। ਚੌਥੀ ਵੇਰ ਫਿਰ ਅਰਜਨ ਦੇ ਅੱਖਰ ਅਰਥ ਫਿਰ ਵੱਖਰੇ ਨੇ। ਇੱਥੇ ਚੌਥੀ ਵਾਰ ਇੱਥੇ ਅਰਜਨ ਸ਼ਬਦ ਆਇਆ। ਅਰਜਨ ਯਾਨੀ ਕਿ ਕਲਪ ਬ੍ਰਿਛ। ਜਿਵੇਂ ਕਲਪ ਬ੍ਰਿਛ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਨਾ, ਜਿਹੜਾ ਫਲ ਮੰਗੀਏ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਰਬ ਥਾਵਾਂ ਤੇ ਜਿੱਥੇ ਕਿੱਥੇ ਕਲਪ ਬ੍ਰਿਛ ਵਾਂਗੂ ਪ੍ਰਗਟ ਨੇ। ਉਹਨਾਂ ਦਾ ਨਾਂ ਲੈ ਕੇ ਜੋ ਮੰਗੀਏ ਉਹ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦਾ ਨਾਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭੱਟ ਤਾਂ ਇੱਥੋਂ ਤੱਕ ਕਹਿੰਦੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਜਿਨ੍ਹਾਂ ਗੁਰੂ ਅਰਜਨ ਸਾਹਿਬ ਦਾ ਨਾਂ ਲਿਆ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ। ਐਸੇ ਨੇ ਗੁਰੂ ਅਰਜਨ ਦੇਵ ਸਾਹਿਬ। ਅਰਿਜਨ ਪਏ ਗਨ ਮੋਖ ਪਦ ਲਏ ਤਿਨ। ਇੱਥੇ ਅਰਿਜਨ ਰਾਰੇ ਨੂੰ ਸਿਹਾਰੀ ਲਾ ਦਿੱਤੀ ਹੈ। ਪੰਜਵੀਂ ਵੇਰੀ ਅਰਜਨ ਸ਼ਬਦ ਆਇਆ, ਪਰ ਰਾਰੇ ਨੂੰ ਸਿਹਾਰੀ ਲਾ ਦਿੱਤੀ। ਅਰੀ ਦਾ ਮਤਲਬ ਹੁੰਦਾ ਦੁਸ਼ਮਣ। ਜਿਹੜੇ ਗੁਰੂ ਅਰਜਨ ਸਾਹਿਬ ਦੇ ਪਹਿਲਾਂ ਦੁਸ਼ਮਣ ਸਨ, ਬਾਅਦ ਵਿੱਚ ਜਨ ਬਣ ਗਏ, ਸੇਵਕ ਬਣ ਗਏ। ਪਹਿਲਾਂ ਦੁਸ਼ਮਣ ਸੀ, ਮੁੜ ਕੇ ਸੇਵਕ ਹੋ ਗਏ। ਤੇ ਜਿਹੜੇ ਸਤਿਗੁਰੂ ਜੀ ਦੇ ਸੇਵਕ ਹੋ ਗਏ, ਮੋਖ ਪਦ ਲਏ ਤਿੰਨ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਮੁਕਤੀ ਦਾ ਦਾਨ ਦੇ ਦਿੱਤਾ। ਜਿਹੜੇ ਪਹਿਲਾਂ ਮਹਾਰਾਜ ਜੀ ਦੇ ਵੈਰੀ ਬਣੇ ਹੋਏ, ਮੁੜ ਕੇ ਦਾਸ ਬਣ ਗਏ, ਸੇਵਕ ਬਣ ਗਏ, ਉਹਨਾਂ ਨੂੰ ਮਹਾਰਾਜ ਜੀ ਨੇ ਮੁਕਤੀ ਪਦਵੀ ਦੇ ਦਿੱਤੀ। ਸ਼ਾਮ ਕੰਨ ਤਨ ਹੋਏ ਤੇਰੋ ਜਮਲਾ ਅਰਜਨ। ਕਹਿੰਦੇ ਫੇਰ ਇੱਥੇ ਜਮਲਾ ਅਰਜਨ, ਕੰਨੇ ਸ਼ਬਦ ਵਿੱਚੋਂ ਐੜਾ ਹੀ ਨਿਕਲਦਾ ਵਿਆਕਰਣ ਮੁਤਾਬਕ। ਅਰਜਨ ਜਮ ਜਮਲਾ ਅਰਜਨ, ਜਮਲਾ ਅਰਜਨ। ਇਹਦਾ ਮਤਲਬ ਇਹ ਹੈ ਵੀ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਜੀ ਹੋਏ। ਜਮਲਾ ਅਰਜਨ ਨਾਮ ਦੇ ਦੋ ਦਰਖਤ ਸੀ ਜਿਹੜੇ ਸਰਾਪੇ ਹੋਏ ਸੀ। ਜਦੋਂ ਭਗਵਾਨ ਜੀ ਉਹਦੇ ਵਿੱਚੋਂ ਨਿਕਲੇ ਨਾ, ਊਖਲ ਨਾਲ ਬੰਨਿਆ ਸੀ ਮਾਤਾ ਨੇ, ਤੇ ਊਖਲ ਦੇ ਨਾਲ ਉਹਨਾਂ ਦੋਨਾਂ ਦਰਖਤਾਂ ਨੂੰ ਪੁੱਟ ਦਿੱਤਾ ਸੀ। ਭਗਵਾਨ ਜੀ ਦੇ ਸਰੀਰ ਨਾਲ ਛੂ ਕੇ ਉਹ ਦੋਵੇਂ ਸਰਾਪੇ ਹੋਏ ਮੁਕਤ ਹੋ ਗਏ ਸੀ। ਇਸੇ ਤਰ੍ਹਾਂ ਕਹਿੰਦੇ ਜਿਵੇਂ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਜੀ ਨੇ ਜਮਲਾਰਜਨ ਨਾਮਕ ਜੀਵਾਂ ਨੂੰ, ਉਹਨਾਂ ਦਰਖਤਾਂ ਨੂੰ ਤਾਰਿਆ ਸਰੀਰ ਦਾ ਸਪਰਸ਼ ਦੇ ਕੇ। ਹੇ ਗੁਰੂ ਅਰਜਨ ਦੇਵ ਸਾਹਿਬ, ਤੁਸੀਂ ਆਪਣੇ ਤਨ ਦਾ ਸਪਰਸ਼ ਦੇ ਕੇ ਆਪਣਿਆਂ ਸੇਵਕਾਂ ਦੇ ਜਿਤਨੇ ਪਾਪ ਕਰਮ ਰੂਪੀ ਜੀਵ, ਪਾਪ ਕਰਮ ਰੂਪੀ ਜਿਹੜੇ ਪਾਪ ਚੰਬੜੇ ਹੋਏ ਸਨ ਤੁਹਾਡੇ ਸੇਵਕਾਂ ਨੂੰ, ਉਹਨਾਂ ਨੂੰ ਤੁਸੀਂ ਕੱਟ ਦਿੱਤਾ, ਨਿਵਾਰ ਦਿੱਤਾ, ਜਿਨ੍ਹਾਂ ਨੇ ਤੁਹਾਡੇ ਚਰਨਾਂ ਦਾ ਸਪਰਸ਼ ਕੀਤਾ ਹੈ। ਅਰਜਨ
ਜਾਣਿਓ ਜਾਏ ਕਿ ਤੋ ਹੈ ਬਿਥਾਰ ਤੇਰੋ। ਇੱਥੇ ਹੁਣ ਸਤਵੀਂ ਵੇਰੀ ਸ਼ਬਦ ਆਇਆ ਅਰਜਨ, ਪਰ ਇਹਨੂੰ ਨਖੇੜ ਕੇ ਕੀਤਾ ਅਰਜ ਨਾ, ਅਰਜ ਨਾ ਜਾਣਿਓ ਜਾਏ। ਮਹਾਰਾਜ ਤੁਹਾਡਾ ਆਕਾਰ ਨਹੀਂ ਜਾਣਿਆ ਜਾਂਦਾ, ਵਿਸਮਾਦ ਰੂਪ ਹੋ, ਅਸਚਰਜ ਰੂਪ ਹੋ, ਮਹਾਰਾਜ ਤੁਸੀਂ ਜਾਣੇ ਨਹੀਂ ਜਾਂਦੇ। ਕੇਤੋ ਹੈ ਬਿਥਾਰ ਤੇਰੋ, ਹੇ ਗੁਰੂ ਅਰਜਨ ਸਾਹਿਬ ਤੁਹਾਡਾ ਕਿੰਨਾ ਕੁ ਵਿਸਥਾਰ ਹੈ, ਤੁਸੀਂ ਕਿੰਨੇ ਕੁ ਫੈਲੇ ਹੋਏ ਹੋ, ਕਿੰਨੇ ਕੁ ਵੱਡੇ ਹੋ। ਮਹਾਰਾਜ ਜੀ ਉਹ ਮਾਪਿਆ ਨਹੀਂ ਜਾ ਸਕਦਾ। ਅਰਜ ਦਾ ਮਤਲਬ ਹੁੰਦਾ ਵੀ ਮਾਪ ਤੋਲ ਚ ਨਹੀਂ ਲਿਆਂਦਾ ਜਾ ਸਕਦਾ। ਮਹਾਰਾਜ ਤੁਹਾਡਾ ਕਿਤਨਾ ਕੁ ਵਿਸਥਾਰ ਹੈ। ਐਸੋ ਰੂਪ ਧਾਰੇ ਆਏ ਰਾਜੇ ਗੁਰ ਅਰਜਨ। 8ਵੀਂ ਵਾਰ ਫੇਰ ਅਰਜਨ ਸ਼ਬਦ ਵਰਤਿਆ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ। ਕਹਿੰਦੇ ਇਹੋ ਜਿਹਾ ਰੂਪ ਧਾਰ ਕੇ ਜੋ ਅਸਚਰਜ ਰੂਪ ਨੇ, ਜਿਸ ਅਕਾਲ ਪੁਰਖ ਦਾ ਰੂਪ ਮਾਣਿਆ ਨਹੀਂ ਮੇਣਿਆ ਨਹੀਂ ਜਾ ਸਕਦਾ ਵੀ ਉਹਦਾ ਕਿੰਨਾ ਕੁ ਵਿਸਥਾਰ ਹੈ, ਉਸੇ ਅਕਾਲ ਪੁਰਖ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਧਾਰਿਆ ਔਰ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ ਨੇ। ਤਦੇ ਭੱਟਾ ਨੇ ਕਿਹਾ ਧਰਨ ਗਗਨ ਨਭ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਗੁਰੂ ਅਰਜਨ ਦੇਵ ਸਾਹਿਬ ਪਰਤਖ ਹਰੀ ਦਾ ਸਵਰੂਪ ਹਨ। ਹਰੀ ਵਿੱਚ ਤੇ ਗੁਰੂ ਅਰਜਨ ਦੇਵ ਸਾਹਿਬ 'ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਸਤਿ ਸ੍ਰੀ ਅਕਾਲ। ਹਾਂਜੀ। ਇਸ਼ਟ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੰਗਲ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਰਦੇ ਹਨ। ਚਿੱਤਰ ਪਦ ਛੰਦ। ਦੇਖੋ ਛੰਦ ਵੀ ਕਮਾਲ ਦੇ ਰਚਦੇ, ਕਦੇ ਸਵਈਏ, ਕਦੇ ਕਬਿਤ, ਕਦੇ ਛਪੈ ਤੇ ਕਦੇ ਚਿੱਤਰਪਦਾ ਛੰਦ। ਹਾਂਜੀ। ਸੂਰ ਸੁਰਾਨ ਕੋਹਾਨ ਕਰੇ, ਛਿਤ ਆਨਤ ਪੇ ਬਨ ਕੋ ਤਨ ਸੂਰ। ਕਹਿੰਦੇ ਜਿਵੇਂ ਸਤਯੁਗ ਦੇ ਵਿੱਚ ਧਰਤੀ ਜਿਹੜੀ ਸੀ, ਹਿਰਨਾ ਕਸ਼ਪ ਨੇ ਜ਼ਮੀਨ ਧਸਾ ਦਿੱਤੀ ਸੀ, ਥੱਲੇ ਪਤਾਲ 'ਚ ਲੈ ਗਿਆ ਸੀ। ਉਦੋਂ ਪਰਮੇਸ਼ਰ ਨੇ ਬਰਾਹ ਰੂਪ, ਸੂਰ ਦਾ ਰੂਪ ਲੈ ਕੇ ਬਰਾਹ ਦਾ ਆਪਣੀ ਹੁੱਡ ਤੇ ਇਸ ਧਰਤੀ ਨੂੰ ਚੁੱਕ ਕੇ ਲਿਆਂਦਾ। ਇਹ ਪੁਰਾਣਕ ਕਥਾ ਹੈ। ਬਰਾਹ ਰੂਪ ਧਾਰਿਆ। ਕਹਿੰਦੇ ਕਲਯੁਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਮੇ ਰੂਪ ਹੋ ਕੇ ਆਏ। ਮੁਗਲਾਂ ਦੇ ਜ਼ਾਲਮਾਂ ਦੇ ਜ਼ੁਲਮਾਂ ਕਰਕੇ ਜਿਹੜੀ ਇਹ ਹਿੰਦੁਸਤਾਨ ਦੀ ਧਰਤੀ ਨਿੱਗਰ ਗਈ ਸੀ ਥੱਲੇ ਪਤਾਲ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੂਰਮੇ ਬਣ ਕੇ ਇਸ ਨਿੱਗਰੀ ਹੋਈ ਧਰਤੀ ਨੂੰ ਉਭਾਰ ਕੇ ਉੱਪਰ ਲੈ ਕੇ ਆਏ। ਜਿਹੜੇ ਨਿੱਗਰ ਗਏ ਸੀ ਤੁਰਕਾਂ ਦੇ ਜ਼ੁਲਮ ਕਰਕੇ ਇਹ ਧਰਤੀ ਹਿੰਦੁਸਤਾਨ ਦੀ। ਛੇਵੇਂ ਪਾਤਸ਼ਾਹ ਨੇ ਜੰਗ ਲੜੇ, ਪਹਿਲਾ ਜੰਗ ਲੜਿਆ ਉਹਨਾਂ ਦੇ ਖਿਲਾਫ, ਦੂਜਾ, ਤੀਜਾ, 4 ਜੰਗਾਂ ਲੜੀਆਂ। ਇਹੋ ਜਿਹੇ ਸੂਰਮੇ ਹਨ। ਸੂਰਤ ਸੁੰਦਰ ਜੋ ਸਿਮਰੈ ਉਰਮੈ, ਤਤ ਗਿਆਨ ਲਏ ਮਤ ਸੂਰ। ਸੂਰਤ ਸੁੰਦਰ ਜੋ ਸਿਮਰੈ ਉਰਮੈ, ਤਤ ਗਿਆਨ ਲਹੈ ਮਤ ਸੂਰ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੂਰਤ ਬੜੀ ਸੁੰਦਰ ਹੈ। ਜਿਹੜਾ ਆਪਣੇ ਹਿਰਦੇ 'ਚ ਸਿਮਰਦਾ ਉਹਦੇ ਹਿਰਦੇ 'ਚ ਤਤ ਗਿਆਨ ਪੈਦਾ ਹੁੰਦਾ। ਕਿਵੇਂ? ਲਹੈ ਮਤ ਸੂਰ। ਇੱਥੇ ਸੂਰ ਦਾ ਪਹਿਲੇ ਉੱਤੇ ਸੂਰ ਦੇ 2 ਸ਼ਬਦ ਆਏ ਨੇ। ਸੂਰ, ਸੂਰ ਰੂਪ ਹੋ ਕੇ, ਬਰਾਹ ਰੂਪ ਹੋ ਕੇ, ਫਿਰ ਸੂਰਮਾ। ਇੱਥੇ ਹੁਣ ਸੂਰ ਸ਼ਬਦ ਫੇਰ ਆਇਆ ਤੀਜੀ ਵਾਰ। ਇਹਦਾ ਮਤਲਬ ਹੈ ਪੰਡਤ, ਵਿਦਵਾਨ। ਜਿਹੜਾ ਗੁਰੂ ਸਾਹਿਬ ਜੀ ਦੀ ਮੂਰਤ ਦਾ ਹਿਰਦੇ 'ਚ ਧਿਆਨ ਧਾਰਦਾ, ਉਹਦੀ ਮਤ ਪੰਡਤਾਂ ਵਾਲੀ ਹੋ ਜਾਂਦੀ ਹੈ, ਉਹ ਵਿਦਵਾਨ ਹੋ ਜਾਂਦਾ ਹੈ। ਹਾਂਜੀ। ਸੂਰ ਗਏ ਕਰ ਮੈਂ ਰਣ ਕੇ ਪ੍ਰਿਯ, ਨਿੰਦਕ ਜੋ ਦੁਖ ਪਾਏ ਬਿਸੂਰ। ਹੁਣ ਇੱਥੇ ਫਿਰ ਸੂਰ ਸ਼ਬਦ ਆਇਆ। ਇਹਦਾ ਮਤਲਬ ਹੈ ਸੂਰ, ਬਰਛੀ, ਸੂਲ, ਬਰਛੀ। ਬਰਛੀ ਨੂੰ ਕਹਿੰਦੇ ਆ ਸੂਰ। ਕਹਿੰਦੇ ਹੱਥ 'ਚ ਬਰਛੀ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਸੂਰ ਗਹਿ ਕਰ ਮੈਂ ਰਣ ਕੇ ਪ੍ਰਿਯ, ਹੱਥ ਵਿੱਚ ਪਕੜ ਕੇ ਜੰਗ ਦੇ ਮੈਦਾਨ ਨਾਲ ਪਿਆਰ ਕਰਨ ਵਾਲੇ ਨੇ ਸਤਿਗੁਰੂ ਜੀ। ਨਿੰਦਕ ਜੇ ਦੁੱਖ ਪਾਏ ਬਸੂਰ।
ਇੱਥੇ ਬੇਸੂਰ, ਫਿਰ ਸੂਰ ਸ਼ਬਦ ਨੂੰ ਬੱਬੇ ਨਾਲ ਵਰਣਨ ਕੀਤਾ ਮਹਾਂਕਵੀ ਜੀ ਨੇ। ਕਹਿੰਦੇ ਜਿਹੜੇ ਸਤਿਗੁਰਾਂ ਦੇ ਨਿੰਦਕ ਨੇ ਉਹ ਦੁੱਖ ਪਾ ਕੇ ਝੂਰਦੇ ਹਨ। ਸੂਰ ਵਿਸਾਲ ਕਿਰਪਾਲ ਗੁਰੂ ਹਰ ਗੋਬਿੰਦ ਜੀ, ਤਮ ਸ਼ਤੁਰਨ ਸੂਰ। ਸੂਰ ਵਿਸਾਲ ਕਿਰਪਾਲ ਗੁਰੂ ਹਰ ਗੋਬਿੰਦ ਜੀ, ਤਮ ਸਤਰਨ ਸੂਰ। ਮਹਾਨ ਸੂਰਮੇ ਯੋਧੇ ਨੇ ਗੁਰੂ ਹਰਗੋਬਿੰਦ ਸਾਹਿਬ, ਕਿਰਪਾਲੂ ਹਨ ਗੁਰੂ ਹਰਗੋਬਿੰਦ ਸਾਹਿਬ। ਕਹਿੰਦੇ ਸ਼ਤਰੂਆਂ ਰੂਪੀ ਹਨੇਰੇ ਲਈ ਗੁਰੂ ਹਰਗੋਬਿੰਦ ਸਾਹਿਬ ਸੂਰਜ ਵਾਂਗੂ ਨੇ। ਸਤਰਨ, ਤਮ ਸ਼ਤਰਨ ਸੂਰ, ਤਮ ਨਾਮ ਹਨੇਰੇ ਦਾ, ਦੁਸ਼ਮਣਾਂ ਰੂਪੀ ਤਮ ਹਨੇਰੇ ਲਈ ਗੁਰੂ ਹਰਗੋਬਿੰਦ ਸਾਹਿਬ ਸੂਰਜ ਵਾਂਗੂ ਹਨ। ਐਸੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੀ ਨਮਾਮ ਹੈ, ਨਮਸਕਾਰ ਹੈ, ਬਾਰੰਬਾਰ ਨਮਸਕਾਰ ਹੈ। ਅੱਗੇ ਸਤਵੇਂ ਪਾਤਸ਼ਾਹ ਜੀ ਦਾ ਮੰਗਲ ਆਰੰਭ ਹੋ ਰਿਹਾ ਹੈ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਕੱਲ ਦੀ ਕਥਾ 'ਚ ਗੁਰੂ ਦਇਆ ਨਾਲ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, हे पूरन हे सर्वमय, हे संगी हे निरंकार, हे गोबिंद हे गुण निधान, हे अपरंपर हर हरे, हे संत कै सदा संग, हे ठाकुर हों दासरो, नानक दीजै नाम दान। आए प्रभ शरणागति, निध दयाल, एक अखर हर मन बस्त, नानक होते निहाल। वाहिगुरु नाम जहाज है, चढ़े सो तेरे पार, जो शरदा कर सेवंदे, गुर पारी उतार निहार। वाहिगुरु नाम जहाज है, चढ़े सो तेरे पार, जो शरदा कर सेवंदे, गुर पारी उतार निहार। वाहिगुरु जी का खालसा, वाहिगुरु जी की फतेह।